ਤੇ ਨਾ ਮੈਂ ਚਾਹੁੰਦਾ ਲੱਭਣਾ ਉਹਨੂੰ, ਨਾ ਉਹ ਚਾਹਵੇ ਲੁਕਣਾ, ਨਾ ਉਹ ਮੰਗਦਾ ਸਜਦੇ ਮੇਰੇ, ਨਾ ਮੈਂ ਚਾਹੁੰਦਾ ਝੁਕਣਾ, ਨਾ ਮੈਂ ਉਹਦੀ ਰਹਿਮਤ ਮੰਗਦਾ, ਨਾ ਉਹ ਮੇਰੀ ਧੇਲੀ, ਬਾਬਾ ਮੇਰਾ ਯਾਰ ਲੰਗੋਟੀ, ਮੈਂ ਬਾਬੇ ਦਾ ਬੇਲੀ। ਸਾਡੇ ਬਾਬਲ ਨੇ ਪੱਲਾ ਤੇਰੇ ਨਾਮ ਕੀਤਾ ਵੇ, ਤੇਰੇ ਨਾਮ ਕੀਤਾ ਹੱਥੀਂ, ਆਪ ਰਚਾਏ ਸਾਰੇ ਕਾਜ ਵੇ, ਲਾਵਾਂ ਲਈਆਂ ਦੀ ਰੱਖ ਲਈ ਲਾਜ ਵੇ। ਬਹੁਤ ਖੂਬ ਹੈ। ਤਾਂ ਕੁਐਸਚਨ ਪ੍ਰਾਈਵੇਟ, ਪਰ ਜਿਨ੍ਹਾਂ ਨਾਲ ਲਾਵਾਂ ਲਈਆਂ ਨੇ ਉਹਨਾਂ ਦਾ ਰਾਜ ਚੱਲਦਾ ਹੁਣ ਬਕਾਇਦਾ ਚੱਲਦਾ। ਔਰ ਇਹ ਇਕੱਲਾ ਮੇਰਾ ਨਹੀਂ ਚੱਲਦਾ, ਹਰੇਕ ਦੇ ਘਰ ਦੀ ਇਹੋ ਕਹਾਣੀ ਹੈ। ਐਗਜ਼ਾਮਪਲ ਟਵਿੱਟਰ ਤੇ ਪੰਜਾਬੀ ਪਹਿਲੀ ਵਾਰੀ ਆਇਆ ਹੈ ਨਾ, ਤੋ ਟਵਿੱਟਰ ਦੇ ਵਿੱਚ ਮਤਲਬ ਪੰਜਾਬੀਆਂ ਨੇ ਏਡੇ ਵੱਡੇ ਲੈਵਲ ਤੇ ਅਕਾਊਂਟ ਬਣਾਏ ਤੇ ਉਹ ਮੂਵਮੈਂਟ ਚੱਲੀ। ਉਸ ਪਾਸੇ ਸੀ ਮਤਲਬ ਸਾਨੂੰ ਪਤਾ ਲੱਗਿਆ ਵੀ ਅੱਛਾ ਯਾਰ ਲੜਨ ਦੇ ਆ ਵੀ ਤਰੀਕੇ ਹੈਗੇ ਨੇ। ਔਰ ਇਹ ਕੋਈ ਮਤਲਬ ਮੈਂ ਜੇ ਮੈਨੂੰ ਇਹ ਕਹਾਂ ਵੀ ਇਹ 47 ਤੋਂ ਬਾਅਦ ਇਹ ਕੋਈ ਜਾਂ ਇੱਕ ਆਜ਼ਾਦੀ ਦੀ ਲੜਾਈ ਹੈ ਤੇ ਕੋਈ ਅਥ ਕਥਨ ਨਹੀਂ ਹੈਗਾ ਵੀ ਜਿਵੇਂ ਜਿਸ ਤਰੀਕੇ ਨਾਲ ਕੇਂਦਰ ਜਿਹੜੀ ਸੀ ਉਹ ਤਾਨਾਸ਼ਾਹੀ ਵੱਲ ਵੱਧ ਰਹੀ ਸੀ, ਹੁਣ ਪੇਚਾ ਪੈ ਗਿਆ ਸੈਂਟਰ ਨਾਲ, ਇਸ ਤਰ੍ਹਾਂ ਦੇ ਗੀਤ ਆ ਰਹੇ ਨੇ। ਤੇ ਜਿਹੜੀ ਡੀਸੈਂਟਰਲਾਈਜੇਸ਼ਨ ਦੀ ਗੱਲ ਹੋ ਰਹੀ ਹੈ ਵੀ ਹੁਣ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਤਾਂ ਇਹ ਜਿਹੜੇ ਸ਼ਬਦ ਆ ਰਹੇ ਨੇ ਨਾ, ਜਾਂ ਜਿਹੜਾ ਇਹ ਨੈਰੇਟਿਵ ਜਿਹੜੀਆਂ ਗੱਲਾਂ ਆ ਰਹੀਆਂ ਨੇ ਹੁਣ ਪੰਜਾਬੀ ਗੀਤਕਾਰੀ ਦੇ ਵਿੱਚ, ਇਹਦਾ ਅਸਰ ਇੱਕ ਲੰਮੇ ਸਮੇਂ ਤੱਕ। ਤੇਰਾ ਮੇਰਾ ਸਿੱਕੀ ਰਿਸ਼ਤਾ ਅਜੇ ਵੀ ਲੋਕ ਪੁੱਛਦੇ ਨੇ, ਤੂੰ ਵੀ ਗੱਲ ਗੋਲ ਰੱਖੀ ਸੀ, ਮੈਂ ਵੀ ਗੱਲ ਗੋਲ ਰੱਖੀ ਏ। ਮੈਂ ਇਸ ਖੇਤਰ 'ਚ ਕੁਛ ਬਣਨ ਦਾ ਸੋਚ ਕੇ ਆਇਆ ਹੀ ਨਹੀਂ। ਮਤਲਬ ਮੇਰਾ ਤਾਂ ਜਿਹੜਾ ਪਹਿਲਾ ਗੀਤ ਸੀਗਾ ਖਾਬਾਂ ਦੇ ਦੇਸ, ਉਹਦੇ 'ਚ ਸਪਸ਼ਟ ਕਰਤਾ ਸੀ ਕਿ ਖਾਬਾਂ ਦੇ ਦੇਸ ਅਨੋਖੇ ਉੱਚੀਆਂ ਦਹਲੀਜ਼ਾਂ ਨੇ, ਮੰਜ਼ਿਲ ਨੂੰ ਪਾਉਣਾ ਨਹੀਂ ਉਹ ਰੱਖੀਆਂ ਇਹ ਰੀਝਾਂ ਨੇ, ਸਫ਼ਰਾਂ ਵਿੱਚ ਮਰ ਮੁੱਕ ਜਾਣਾ ਸਮਿਆਂ ਦੇ ਰਾਹੀ ਨੇ, ਦੁਨੀਆ ਨੇ ਸੋਚੀ ਜਾਣਾ ਕੀਤਾ ਕੀ ਮਾਹੀ ਨੇ। ਗੁਰਦਾਸ ਮਾਨ ਐਡੀ ਵੱਡੀ ਹਸਤੀ ਸੀ ਪੰਜਾਬੀਆਂ ਵਾਸਤੇ, ਕਿੱਡਾ ਵੱਡਾ ਨਾਮ ਸੀ ਬਾਬਾ ਬੋੜ ਦਾ, ਜਿਉਂਦੇ ਜੀ ਬਾਬਾ ਬੋੜ ਦਾ ਪੰਜਾਬੀਆਂ ਨੇ ਨਾਮ ਦਿੱਤਾ। ਤਾਂ ਉਸ ਹਸਤੀ ਦੇ ਮੂੰਹੋਂ ਕੀ ਬਿਨਾ ਦਾ ਕਰੇ ਕੋਈ, ਜੇ ਕਾਬੂ ਨਾਗ ਨਾ ਆਵੇ, ਕਿ ਫਿਰ ਸੌਣਾ ਵੀ ਕੀ ਸੌਣਾ, ਜੇ ਤੇਰਾ ਖਾਬ ਨਾ ਆਵੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ। ਜਿਨ੍ਹਾਂ ਨੂੰ ਤੂੰ ਦਿਸਦਾ ਉਹ ਹੋਰ ਹੀ ਅੱਖਾਂ ਨੇ, ਉਹਨਾਂ ਨੂੰ ਚਾਹੁਣ ਵਾਲਿਆਂ ਦੀਆਂ ਦੁਆਵਾਂ ਲੱਖਾਂ ਨੇ, ਲਾਵਾਂ ਲਈਆਂ ਦੀ ਜਿਨ੍ਹਾਂ ਨੇ ਰੱਖੀ ਹੈ ਲਾਜ, ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦੇ ਆਪਾਂ ਰਾਜ। ਸ਼ਾਇਰੀ ਹੈ ਜਿਨ੍ਹਾਂ ਦੀ ਸਹੇਲੀ, ਡਾਕਟਰ ਹਰਪ੍ਰੀਤ ਸਿੰਘ ਤੋਂ ਕਿਵੇਂ ਬਣੇ ਬਾਬਾ ਬੇਲੀ। ਸਵਾਗਤ ਹੈ ਪੰਜਾਬੀ ਟੇਸ਼ਨ 'ਤੇ ਬਾਬਾ ਬੇਲੀ ਜੀ ਦਾ। ਥੈਂਕ ਯੂ ਕਿੰਨੂ ਬਾਈ, ਬੜੀ ਸ਼ਾਇਰਾਨਾ ਇੰਟਰੋਡਕਸ਼ਨ। ਮੈਨੂੰ ਲੱਗਦਾ ਮੈਂ ਹੁਣ ਤੱਕ ਜਿੰਨੀਆਂ ਵੀ ਇੰਟਰਵਿਊ ਕੀਤੀਆਂ ਪਹਿਲੀ ਵਾਰ ਇਸ ਤਰ੍ਹਾਂ ਦੀ ਸ਼ਾਇਰਾਨਾ ਇੰਟਰੋਡਕਸ਼ਨ ਹੋਈ, ਮੈਨੂੰ ਬੜਾ ਸਵਾਦ ਆਇਆ, ਆਨੰਦ ਆਇਆ। ਆਨੰਦ ਮੈਨੂੰ ਵੀ ਆ ਰਿਹਾ ਜੀ, ਕਿਉਂਕਿ ਮੈਂ ਤੁਹਾਡੀ ਸ਼ਖਸੀਅਤ ਦਾ ਵੈਸੇ ਬਹੁਤ ਵੱਡਾ ਫੈਨ ਆ। ਆਪਾਂ ਸ਼ੁਰੂਆਤ ਉਸੇ ਦਿਨ ਤੋਂ ਕਰਦੇ ਹਾਂ ਜੋ ਅੱਜ ਮਾਹੌਲ ਚੱਲ ਰਿਹਾ ਹੈਗਾ ਕਿਸਾਨੀ ਸੰਘਰਸ਼ ਦਾ, ਹੈ ਨਾ, ਜੋ ਦਿੱਲੀ ਚੱਲ ਰਿਹਾ ਹੈਗਾ, ਜਾਂ ਆਪਣੇ ਪੰਜਾਬੀਆਂ ਨਾਲ ਆਪਾਂ ਮਹਿਸੂਸ ਕਰ ਰਹੇ ਹਾਂ ਕਿ ਮਾੜਾ ਹੋ ਰਿਹਾ ਹੈਗਾ। ਤੁਸੀਂ ਵੀ ਆਪਣਾ ਉਹਦੇ ਵਿੱਚ ਯੋਗਦਾਨ ਦਿੱਤਾ ਗਾ ਹੰਝੂ ਗੈਸ ਦੇ ਗੀਤ ਰਾਹੀਂ। ਕੀ ਕਹਿਣਾ ਚਾਹੋਗੇ? ਆਪਣੀ ਹੋਂਦ ਦੀ ਲੜਾਈ ਹੈ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਬਿਲਕੁਲ ਠੀਕ ਹੈ ਕਿੰਨੂ ਬਾਈ। ਚਲੋ ਹੰਝੂ ਗੈਸ ਤਾਂ ਸਾਡਾ ਬਕਾਇਦਾ IAS ਧਰਨੇ ਦੇ ਸਮੇਂ 'ਤੇ ਗੀਤ ਗਿਆ। ਉਸ ਤੋਂ ਪਹਿਲਾਂ ਵੀ ਅਸੀਂ ਜਿਹੜੇ ਹੈਗੇ ਆ ਉਹ, ਕਿਉਂਕਿ ਅਸੀਂ ਇਹ ਜਿਹੜੀ ਲੜਾਈ ਹੁਣ ਛਿੜੀ ਹੈ, ਅਸੀਂ ਇਹਦਾ ਜਿਹੜਾ ਉਭਾਰ ਸੀਗਾ ਇਹਨੂੰ ਪਿਛਲੇ ਕਈ ਸਾਲਾਂ ਤੋਂ ਮਹਿਸੂਸ ਕਰ ਰਹੇ ਸੀ। ਜਿਸ ਤਰ੍ਹਾਂ ਦਾ ਦੇਸ਼ 'ਚ ਮਾਹੌਲ ਬਣ ਰਿਹਾ ਸੀਗਾ, ਤਾਂ ਅਸੀਂ ਉਦੋਂ ਤੋਂ ਹੀ ਮਤਲਬ ਚਾਹੇ ਉਹ ਗੀਤ ਗੌਰਮੈਂਟ ਹੋਵੇ, ਗੌਰਮੈਂਟ ਸਾਡੇ ਬਾਰੇ ਕਿਉਂ ਨਹੀਂ ਸੋਚਦੀ, ਬਾਗੀ ਪਰਿੰਦੇ ਜਾਂ ਕੋਈ ਸੱਦੋ ਜੋਗੀ, ਉਹਨਾਂ ਗੀਤਾਂ ਦੇ ਨਾਲ ਅਸੀਂ ਆਪਣਾ ਕੰਮ ਨਿਭਾ ਰਹੇ ਸੀ। ਪਰ ਇਹ ਜਿਹੜੀ ਇਸ ਵਾਰ ਜਿਹੜਾ ਧਰਨਾ ਲੱਗਿਆ, ਜਿਹੜੀ ਮੂਵਮੈਂਟ ਚੱਲੀ ਹੈ ਨਾ, ਇਹਦੇ 'ਚ ਇਹਦੀ ਖੂਬਸੂਰਤੀ ਇਸ ਗੱਲ 'ਚ ਹੈ ਕਿ ਪਹਿਲੀ ਵਾਰ ਪੰਜਾਬੀ ਗਾਇਕ ਭਾਈਚਾਰਾ ਜਿਹੜਾ ਹੈ ਉਹ ਖੁੱਲ੍ਹ ਕੇ ਇੱਕ ਕਲਾਕਾਰ ਵਾਂਗੂ ਸੱਚੀ ਮੁੱਚੀ, ਜੋ ਇੱਕ ਕਲਾਕਾਰ ਦਾ ਫਰਜ਼ ਹੁੰਦਾ ਜਾਂ ਜੋ ਸਮਾਜ ਨੂੰ ਇੱਕ ਕਲਾਕਾਰ ਤੋਂ ਆਸਾਂ ਉਮੀਦਾਂ ਹੁੰਦੀਆਂ ਨੇ, ਪਹਿਲੀ ਵਾਰ ਸਾਡਾ ਕਲਾਕਾਰ ਭਾਈਚਾਰਾ ਉਹਦੇ 'ਤੇ ਖਰਾ ਉਤਰ ਰਿਹਾ। ਅਤੇ ਬਹੁਤ ਤਨਦੇਹੀ ਨਾਲ ਬਹੁਤ ਸਾਰੇ ਕਲਾਕਾਰ ਇਸ ਮੂਵਮੈਂਟ 'ਚ ਲੱਗੇ ਨੇ। ਔਰ ਉਹਦੀ ਬਦੌਲਤ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਦਾ ਵੀ ਮਤਲਬ ਉਹ ਕਾਫੀ ਹੱਦ ਤੱਕ ਉਸ ਮੂਵਮੈਂਟ ਨਾਲ ਉਹਨਾਂ ਨੂੰ ਜੋੜਨ 'ਚ ਕਾਮਯਾਬ ਹੋਏ ਨੇ, ਧਿਆਨ ਖਿੱਚਣ 'ਚ ਕਾਮਯਾਬ ਹੋਏ ਨੇ। ਅਤੇ ਉਹਨਾਂ ਦੀ ਬਦੌਲਤ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਮੂਵਮੈਂਟ ਬਾਰੇ ਐਕਸਪੋਜ਼ਰ ਮਿਲਿਆ। ਔਰ ਇਹੀ ਇੱਕ ਕਾਰਨ ਆ ਕਿ ਪਹਿਲੀ ਵਾਰੀ ਮਤਲਬ ਮੈਂ ਆਪਦੀ ਹੋਸ਼ ਦੇ ਵਿੱਚ ਬਹੁਤ ਵਾਰੀ ਕਿਸਾਨੀ ਹਿੱਤਾਂ ਨੂੰ ਲੈ ਕੇ ਜਾਂ ਕਿਸਾਨੀ ਨਾਲ ਸੰਬੰਧਿਤ ਗੱਲਾਂ ਨੂੰ ਲੈ ਕੇ ਛੋਟੀਆਂ ਛੋਟੀਆਂ ਮੂਵਮੈਂਟਸ ਚੱਲਦੀਆਂ ਦੇਖੀਆਂ। ਕਿਸਾਨ ਯੂਨੀਅਨਸ ਦੀਆਂ ਧਰਨਿਆਂ ਨੂੰ ਮੈਂ ਬਹੁਤ ਨਜ਼ਦੀਕ ਤੋਂ ਦੇਖਦਾ ਰਿਹਾ।
ਪਰ ਮੈਂ ਪਹਿਲੀ ਵਾਰੀ ਦੇਖ ਰਿਹਾ ਕਿ ਇਸ ਤਰ੍ਹਾਂ ਹੋ ਰਿਹਾ ਕਿ ਪਹਿਲੀ ਵਾਰ ਕਿਸਾਨ ਯੂਨੀਅਨ ਦੀ ਜਿਹੜੀ ਮੂਵਮੈਂਟ ਹੈ, ਲੜਾਈ ਹੈ, ਉਹਦੇ 'ਚ ਬਜ਼ੁਰਗਾਂ ਦੇ ਨਾਲ ਨਾਲ ਨੌਜਵਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਤੇ ਬੜੇ ਇਨੋਵੇਟਿਵ ਤਰੀਕਿਆਂ ਦੇ ਨਾਲ ਇਸ ਲੜਾਈ ਨੂੰ ਲੜ ਰਹੇ ਨੇ ਹਰੇਕ ਮੁਹਾਜ਼ 'ਤੇ। ਮਤਲਬ ਇਹ ਕਿਸਾਨ ਜਿਵੇਂ ਮੈਂ ਗੱਲ ਕਰਦਾ ਹੁੰਦਾ ਕਿ ਜਿਵੇਂ ਕਰੋਨਾ ਨੇ ਸਾਡੇ ਸਮਾਜ ਨੂੰ ਜਾਂ ਸਾਡੀ ਜ਼ਿੰਦਗੀ ਨੂੰ ਬਹੁਤ ਵੱਡੇ ਲੈਵਲ 'ਤੇ ਅਫੈਕਟ ਕੀਤਾ, ਬਹੁਤ ਕੁਛ ਉਹਦੇ 'ਚ ਨਵੀਆਂ ਗੱਲਾਂ ਹੋਈਆਂ, ਉਸੇ ਤਰ੍ਹਾਂ ਹੀ ਇਸ ਕਿਸਾਨ ਮੂਵਮੈਂਟ ਨੇ ਵੀ ਬਹੁਤ ਵੱਡੇ ਪੱਧਰ 'ਤੇ ਪੰਜਾਬੀ ਜਨ ਜੀਵਨ ਨੂੰ, ਪੰਜਾਬੀ ਜ਼ਿੰਦਗੀ ਨੂੰ, ਪੰਜਾਬੀ ਸੋਚ ਨੂੰ ਟੁੰਬਿਆ ਅਤੇ ਪ੍ਰਭਾਵਿਤ ਕੀਤਾ। ਅਤੇ ਯਕੀਨਨ ਜਿਵੇਂ ਬਹੁਤ ਕੁਛ, ਜਿਵੇਂ ਵੱਡੀ ਐਗਜ਼ਾਮਪਲ ਟਵਿੱਟਰ 'ਤੇ ਪੰਜਾਬੀ ਪਹਿਲੀ ਵਾਰੀ ਆਇਆ ਹੈ ਨਾ, ਤੋ ਟਵਿੱਟਰ ਦੇ ਵਿੱਚ ਮਤਲਬ ਪੰਜਾਬੀਆਂ ਨੇ ਏਡੇ ਵੱਡੇ ਲੈਵਲ 'ਤੇ ਅਕਾਊਂਟ ਬਣਾਏ ਅਤੇ ਉਹ ਮੂਵਮੈਂਟ ਚੱਲੀ, ਉਸ ਪਾਸੇ ਅਸੀਂ ਮਤਲਬ ਸਾਨੂੰ ਪਤਾ ਲੱਗਿਆ ਵੀ ਅੱਛਾ ਯਾਰ ਲੜਨ ਦੇ ਆਹ ਵੀ ਤਰੀਕੇ ਹੈਗੇ ਨੇ। ਤਾਂ ਇਹ ਬਹੁਤ ਕੁਛ ਨਵਾਂ ਵੀ ਹੋਣ ਜਾ ਰਿਹਾ ਅਤੇ ਮੇਰਾ ਯਕੀਨ ਹੈ ਕਿ ਇਹ ਮੂਵਮੈਂਟ ਨੇ, ਕਿਉਂਕਿ ਦੇਖੋ ਮਸਲਾ ਹੈ ਇਹਨੇ ਇੱਕ ਨਾ ਇੱਕ ਦਿਨ ਹੱਲ ਤਾਂ ਹੋ ਹੀ ਜਾਣਾ, ਪਰ ਇਹ ਬੜੇ ਵੱਡੇ ਲੈਵਲ 'ਤੇ ਮਤਲਬ ਪੂਰੇ ਹਿੰਦੁਸਤਾਨ ਵਾਸਤੇ ਇਹ ਬੜੀ ਵੱਡੀ ਮਿਸਾਲ ਬਣੇਗੀ। ਪੰਜਾਬੀਆਂ ਨੇ ਜਿਸ ਤਰੀਕੇ ਦੇ ਨਾਲ ਮੋਦੀ ਦੇ ਨਾਲ ਟੱਕਰ ਲਈ ਹੈ, ਜਾਂ ਜਿਸ ਤਰੀਕੇ ਨਾਲ ਕੇਂਦਰ ਦੇ ਵਿੱਚ ਸਾਡੇ ਦੇਸ਼ 'ਚ ਡਿਕਟੇਟਰਸ਼ਿਪ ਵਾਲਾ ਮਾਹੌਲ ਬਣ ਰਿਹਾ ਸੀਗਾ ਕਿ ਹਾਂ ਯਾਰ ਇਹਨੂੰ ਤਾਂ ਰੋਕਿਆ ਹੀ ਨਹੀਂ ਜਾ ਸਕਦਾ, ਕਿ ਮੋਦੀ ਦਾ ਇੱਕ ਐਸਾ ਜੇਤੂ ਰੱਥ ਸੀਗਾ ਵੀ ਇਹਨੂੰ ਤਾਂ ਰੋਕਿਆ ਹੀ ਨਹੀਂ ਜਾ ਸਕਦਾ। ਉਹ ਪੰਜਾਬੀਆਂ ਨੇ ਐਤਕੀ ਦਿਖਾ ਦਿੱਤਾ ਵੀ ਨਹੀਂ, ਵੀ ਇਹਨੂੰ ਰੋਕਿਆ ਜਾ ਸਕਦਾ ਅਤੇ ਮਤਲਬ ਮਿਸਾਲ ਬਣੇ ਨੇ ਹੁਣ ਸਾਰੇ ਦੇਸ਼ ਦੇ ਵਿੱਚ। ਉਹ ਜਿਹੜਾ ਹੈਗਾ ਨਾ ਬੜੀ ਆਸ ਨਾਲ, ਇਕੱਲੇ ਪੰਜਾਬੀ ਨਹੀਂ, ਹੁਣ ਇਹ ਇਕੱਲਾ ਦੇਖੋ, ਹੁਣ ਇਹ ਇਕੱਲਾ ਕਿਸਾਨੀ ਦਾ ਮੁੱਦਾ ਨਹੀਂ ਰਿਹਾ ਜਾਂ ਕੋਈ MSP ਦਾ ਮੁੱਦਾ ਨਹੀਂ ਰਿਹਾ, ਹੁਣ ਇਹ ਸਾਰਾ ਦੇਸ਼ ਇਸ ਲੜਾਈ ਵੱਲ ਬੜੀ ਆਸ ਨਾਲ ਦੇਖ ਰਿਹਾ ਵੀ ਯਾਰ ਇਹ ਜਿਹੜਾ ਇੱਕ ਮਾਹੌਲ ਬਣ ਰਿਹਾ ਸੀ ਤਾਨਾਸ਼ਾਹੀ ਦਾ ਜਾਂ ਫਾਸ਼ਿਜ਼ਮ ਜਿਸ ਤਰੀਕੇ ਨਾਲ ਵੱਧ ਰਿਹਾ ਸੀਗਾ, ਉਹਦੇ ਖਿਲਾਫ ਇੱਕ ਲਹਿਰ ਉੱਠੀ ਹੈ। ਔਰ ਇਹ ਕੋਈ ਮਤਲਬ ਜੇ ਮੈਨੂੰ ਇਹ ਕਹਾਂ ਵੀ ਇਹ 47 ਤੋਂ ਬਾਅਦ ਇਹ ਕੋਈ ਜਾਂ ਇੱਕ ਆਜ਼ਾਦੀ ਦੀ ਲੜਾਈ ਹੈ ਅਤੇ ਕੋਈ ਅਤਕਥਨੀ ਨਹੀਂ ਜੀ। ਜਿਵੇਂ ਕਿ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਹੈ ਨਾ ਤੁਹਾਡੀ ਗਾਇਕੀ ਹੈ ਜਿਹੜੀ ਅੱਜ ਕੱਲ੍ਹ ਦੀ ਗਾਇਕੀ ਬਾਰੇ ਆਪਾਂ ਗੱਲ ਕਰ ਰਹੇ ਹਾਂ, ਤੁਹਾਡੀ ਗਾਇਕੀ ਸਾਹਿਤਕ ਗਾਇਕੀ ਹੈ। ਇਸ ਸੰਘਰਸ਼ ਦੇ ਵਿੱਚੋਂ ਜਿਹੜੇ ਆਪਣੇ ਪੰਜਾਬ ਦੇ ਗਾਇਕ ਨੇ ਉਹਨਾਂ ਦਾ ਕੁਛ ਨਜ਼ਰੀਆ ਗਾਇਕੀ ਪ੍ਰਤੀ ਵੀ ਚੇਂਜ ਹੋਊਗਾ। ਜਿਵੇਂ ਪੰਜਾਬ ਨੂੰ ਪਹਿਲਾਂ ਬਲੇਮ ਦਿੱਤਾ ਜਾਂਦਾ ਵੀ ਹਥਿਆਰਾਂ ਵਾਲੇ ਗੀਤ ਹੀ ਗਾਉਂਦੇ ਨੇ ਕੁਛ, ਕਿਉਂਕਿ ਅੱਜ ਦੇ ਮੂਵਮੈਂਟ ਦੇ ਵਿੱਚ ਉਹ ਹੁਣ ਵਿੱਚ ਸਰਵਾਈਵ ਕਰ ਰਹੇ ਨੇ, ਤਾਂ ਇਹਦਾ ਫਰਕ ਪੈ ਗਿਆ ਲਾਜ਼ਮੀ। ਅਸਲ 'ਚ ਨਾ ਕਿੰਨੂ ਬਾਈ ਹੁੰਦਾ ਕੀ ਹੈ ਕਿ ਬੰਦੇ ਨੂੰ ਜਿੰਨੀ ਕੁ ਜਾਣਕਾਰੀ ਹੁੰਦੀ ਹੈ, ਜਿੰਨਾ ਕੁ ਉਹਦਾ ਐਕਸਪੋਜ਼ਰ ਹੁੰਦਾ ਗੱਲਾਂ ਪ੍ਰਤੀ, ਜਿਸ ਕਿਸਮ ਦੀਆਂ ਗੱਲਾਂ ਪ੍ਰਤੀ ਉਹਦਾ ਐਕਸਪੋਜ਼ਰ ਹੁੰਦਾ, ਤਾਂ ਉਹਦਾ ਰੁਝਾਨ, ਉਹਦੀ ਸੋਚਣ ਦਾ ਤਰੀਕਾ ਉਹੋ ਜਿਹਾ ਹੀ ਬਣ ਜਾਂਦਾ। ਤੋ ਪੰਜਾਬੀ ਇਹਨਾਂ ਧਰਨਿਆਂ ਦਾ ਇੱਕ ਫਾਇਦਾ ਇਹ ਹੋਇਆ ਵੀ ਹੁਣ ਚਾਹੇ ਕੁਛ ਗਾਇਕ ਉਹ ਮੂੰਹ ਵਿਖਾਉਣ ਹੀ ਗਏ ਨੇ ਧਰਨੇ 'ਤੇ ਵੀ ਚੱਲ ਸਾਡੀ ਹਾਜ਼ਰੀ ਜੀ ਲੱਗ ਜੂਗੀ, ਵੀ ਅਸੀਂ ਵੀ ਗਿਣਤੀ ਜੀ 'ਚ ਆ ਜਾਵਾਂਗੇ, ਵੀ ਅਸੀਂ ਵੀ ਐਕਟਿਵ ਹਾਂ, ਚਾਹੇ ਉਹ ਉਸ ਪੱਖ ਨਾਲ ਹੀ ਗਏ ਨੇ। ਇਹ ਵੀ ਇੱਕ ਵੈਲਕਮ ਸਟੈਪ ਹੈ, ਕਿਉਂਕਿ ਉਹ ਚਾਹੇ ਗਏ ਨੇ, ਹੁਣ ਉੱਥੇ ਜਦੋਂ ਜਾਣਗੇ ਤਾਂ ਉਹ ਘੱਟੋ ਘੱਟ ਅੱਧਾ ਪੌਣਾ ਘੰਟਾ ਉਹਨਾਂ ਨੂੰ ਬੈਠਣਾ ਤਾਂ ਪਊਗਾ। ਜਦੋਂ ਧਰਨੇ ਦੀ ਦਰੀ 'ਤੇ ਬੈਠਣਗੇ ਉੱਥੇ ਉਹ ਕਿਸਾਨ ਯੂਨੀਅਨ ਦੇ ਆਗੂਆਂ ਦੀਆਂ ਤਕਰੀਰਾਂ ਸੁਣਨਗੇ, ਜਾਂ ਜਿਹੜੇ ਹੋਰ ਸੰਘਰਸ਼ਾਂ ਨਾਲ ਜੁੜੇ ਹੋਏ ਲੋਕ ਹੈ ਉਹਨਾਂ ਦੀਆਂ ਦਾਸਤਾਨਾਂ ਸੁਣਨਗੇ ਉੱਥੇ ਬੈਠੇ, ਅਤੇ ਉੱਥੇ ਮਾਹੌਲ ਨੂੰ ਦੇਖਣਗੇ, ਤਾਂ ਕੁਛ ਤਾਂ ਉਹਨਾਂ ਦੀ ਜਿਹੜੇ ਸੋਚ 'ਤੇ, ਉਹਨਾਂ ਦੇ ਪਰਸਪੈਕਟਿਵ 'ਤੇ ਕੁਛ ਤਾਂ ਫਰਕ ਪਊਗਾ ਹੀ ਪਊਗਾ ਲਾਜ਼ਮੀ। ਜਦੋਂ ਸਾਨੂੰ ਨਾ ਗੱਲਾਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ, ਉਹ ਕਿਸੇ ਵੀ ਗੱਲ ਦਾ ਪਤਾ ਲੱਗਣ ਤੋਂ ਬਾਅਦ ਉਹਨੂੰ ਅਨਲਰਨ ਕਰਨਾ, ਉਹਨੂੰ ਆਪਦੇ ਦਿਮਾਗ 'ਚੋਂ ਕੱਢਣਾ ਬਹੁਤ ਔਖਾ ਹੁੰਦਾ। ਤਾਂ ਫਿਰ ਸਾਡੀ ਸੋਚ ਉਹਦੇ ਹਿਸਾਬ ਨਾਲ ਡਿਵੈਲਪ ਹੁੰਦੀ ਜਾਂਦੀ ਹੈ। ਤਾਂ ਉਹ ਆਪਣੇ ਆਪ ਹੀ ਜਦੋਂ ਸਾਡੀ ਸੋਚ ਡਿਵੈਲਪ ਹੋ ਜਾਂਦੀ ਹੈ, ਜਾਣ ਬੁੱਝ ਕੇ ਤਾਂ ਕੋਈ ਵੀ ਗਲਤ ਕੰਮ ਕਰ ਹੀ ਨਹੀਂ ਸਕਦਾ, ਕਿਉਂਕਿ ਜਦੋਂ ਤੁਹਾਨੂੰ ਪਤਾ ਹੋਵੇ ਵੀ ਆਹ ਤੁਸੀਂ ਕੰਮ ਗਲਤ ਕਰ ਰਹੇ ਹੋ ਜਾਂ ਤੁਹਾਡੇ ਆਹ ਕੰਮ ਤੋਂ ਆਹ ਗਲਤ ਨਤੀਜਾ ਨਿਕਲਿਆ, ਤੁਹਾਡੇ ਲਈ ਉਹ ਕੰਮ ਕਰਨਾ ਔਖਾ ਹੋ ਜਾਂਦਾ ਹੈ ਅਤੇ ਜ਼ਮੀਰ ਮਾਰਨੀ ਬਹੁਤ ਔਖੀ ਹੁੰਦੀ ਹੈ। ਤਾਂ ਮੇਰਾ ਯਕੀਨ ਹੈ ਵੀ ਇਹ ਜਿਹੜੀ ਮੂਵਮੈਂਟ ਹੈ, ਇਹ ਨਾ ਸਿਰਫ ਇੱਕ ਕਿਸਾਨੀ ਜਿਹੜੀ ਉਹਦੀ ਹਿੱਤਾਂ ਦੀ ਲੜਾਈ ਹੈ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ, ਇਹਦੇ ਨਾਲ ਹੋਰ ਵੀ ਬਹੁਤ ਬਦਲਾਅ ਆਉਣਗੇ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੀ ਸਬਜੈਕਟਸ ਬਦਲਣਗੇ। ਮਤਲਬ ਸਾਡੀਆਂ ਫਿਲਮਾਂ ਦੇ ਵਿੱਚ ਵੀ ਹੁਣ ਇਹਨਾਂ ਇਸ਼ੂਜ਼ ਨੂੰ ਦੇਖੋ ਆ ਹੀ ਰਹੇ, ਗੀਤਾਂ ਦੇ ਵਿੱਚ ਤਾਂ ਤੁਸੀਂ ਦੇਖ ਹੀ ਲਿਆ ਵੀ ਗੀਤਾਂ ਦੇ ਵਿੱਚ ਜਿਹੜਾ ਹੁਣ ਸੈਂਟਰ ਜਿਹੜਾ ਹੈਗਾ ਵੀ ਜਿਵੇਂ ਜਿਸ ਤਰੀਕੇ ਨਾਲ ਕੇਂਦਰ ਜਿਹੜੀ ਸੀ ਉਹ ਤਾਨਾਸ਼ਾਹੀ ਵੱਲ ਵੱਧ ਰਹੀ ਸੀ, ਹੁਣ ਪੇਚਾ ਪੈ ਗਿਆ ਸੈਂਟਰ ਨਾਲ, ਇਸ ਤਰ੍ਹਾਂ ਦੇ ਗੀਤ ਆ ਰਹੇ ਨੇ। ਅਤੇ ਜਿਹੜੀ ਡੀਸੈਂਟਰਲਾਈਜੇਸ਼ਨ ਦੀ ਗੱਲ ਹੋ ਰਹੀ ਹੈ ਵੀ ਹੁਣ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਤਾਂ ਇਹ ਜਿਹੜੇ ਸ਼ਬਦ ਆ ਰਹੇ ਨੇ ਨਾ, ਜਾਂ ਜਿਹੜਾ ਇਹ ਨੈਰੇਟਿਵ, ਜਿਹੜੀਆਂ ਗੱਲਾਂ ਆ ਰਹੀਆਂ ਨੇ ਹੁਣ ਪੰਜਾਬੀ ਗੀਤਕਾਰੀ ਦੇ ਵਿੱਚ, ਇਹਦਾ ਅਸਰ ਇੱਕ ਲੰਮੇ ਸਮੇਂ ਤੱਕ ਰਹੂਗਾ। ਬਹੁਤ ਅੱਛਾ ਪੋਜ਼ੀਟਿਵ ਇੰਪੈਕਟ ਹੈ ਇਹਦਾ ਸਾਰੇ ਦਾ। ਮੈਂ ਇੱਕ ਸਟਾਰਟਿੰਗ ਦੇ ਵਿੱਚ ਸ਼ੇਅਰ ਬੋਲਿਆ ਸੀ, ਤੁਸੀਂ ਉਹਦਾ ਜਵਾਬ ਨਹੀਂ ਦਿੱਤਾ ਹੈਗਾ। ਉਹ ਵੈਸੇ ਇੱਕ ਸਵਾਲ ਸੀਗਾ, ਮੈਂ ਕਿਹਾ ਸੀ ਸ਼ਾਇਰੀ ਜਿਨ੍ਹਾਂ ਦੀ ਸਹੇਲੀ ਡਾਕਟਰ ਹਰਪ੍ਰੀਤ ਸਿੰਘ ਤੋਂ ਕਿਵੇਂ ਬਣੇ ਬਾਬਾ ਵੇਲੀ। ਇਹ ਤਾਂ ਨਾ ਬੜਾ ਕਾਮਨ ਮੈਨੂੰ ਤੋਂ ਅਕਸਰ ਪੁੱਛਿਆ ਜਾਣ ਵਾਲਾ ਸਵਾਲ ਹੈ। ਨਾਮ ਜਿਹੜਾ ਬੇਸਿਕਲੀ ਕੀ ਸੀ ਵੀ ਮੈਂ ਸ਼ੁਰੂ ਤੋਂ ਹੀ ਨਾ, ਜਿਵੇਂ ਹਰਪ੍ਰੀਤ ਮੇਰਾ ਨਾਮ ਸੀ, ਪਰ ਹਰਪ੍ਰੀਤ ਨਾ ਪੰਜਾਬ ਦੇ ਵਿੱਚ ਬੜਾ ਕਾਮਨ ਜਿਹਾ ਨਾਮ ਹੈ।
ਹਰਪ੍ਰੀਤ ਮਨ ਪੰਜਾਬੀਆਂ ਕੋਲੇ ਨਾ ਲੈ ਦੇ ਕੇ 2-4 ਅਗੇਤਰ ਨੇ 2-4 ਪਛੇਤਰ ਨੇ। ਉਹ ਦੀਪਪ੍ਰੀਤ ਪਾਲ ਇੰਦਰ ਇਹਨਾਂ ਦੇ ਅੱਗੇ ਕੋਈ ਵੀ ਸ਼ਬਦ ਲਾ ਦਿਓ ਤੇ ਉਹ ਮਤਲਬ ਨਾਂ ਬਣ ਜਾਂਦਾ। ਤੋ ਮੈਂ ਜਿੱਥੇ ਵੀ ਜਾਂਦਾ ਰਿਹਾ ਨਾ ਮੈਨੂੰ ਹਰਪ੍ਰੀਤ ਕਿੰਨੂ ਬਈ ਮਿਲਦੇ ਹੀ ਰਹੇ ਨੇ, ਹਰ ਥਾਂ ਤੇ 2-2 3-3 ਹਰਪ੍ਰੀਤ ਮਿਲਦੇ ਰਹੇ। ਤਾਂ ਮੇਰੇ ਨਾ ਮਨ 'ਚ ਸ਼ੁਰੂ ਤੋਂ ਵੀ ਨਾਮ ਮੇਰਾ ਅੱਡ ਜਿਹਾ ਹੋਣਾ ਚਾਹੀਦਾ। ਤਾਂ ਮੈਂ ਜਦੋਂ ਮਤਲਬ ਮੈਂ 2000 ਮੈਂ 8ਵੀਂ 9ਵੀਂ ਕਲਾਸ 'ਚ ਸੀਗਾ ਜਦੋਂ ਮੈਂ ਲਿਖਣਾ ਸ਼ੁਰੂ ਕਰਤਾ ਸੀਗਾ। ਤਾਂ ਉਦੋਂ ਤੋਂ ਹੀ ਮੈਂ ਵੱਖ-ਵੱਖ ਕਲਮੀ ਨਾਵਾਂ ਥੱਲੇ ਲਿਖਦਾ ਰਿਹਾ। ਪਰ ਉਹ ਹੁੰਦਾ ਕੀ ਵੀ ਮੈਂ ਜਿਹੜਾ ਵੀ ਨਾਮ ਰੱਖਦਾ ਕੁਝ ਸਮੇਂ ਬਾਅਦ ਮੈਨੂੰ ਪਤਾ ਲੱਗਦਾ ਵੀ ਤਾਂ ਆਲਰੇਡੀ ਐਗਜ਼ਿਸਟ ਕਰਦਾ, ਵੀ ਪਹਿਲਾਂ ਹੀ ਬੰਦਾ ਹੈਗਾ ਸੀਗਾ। ਤੋ ਉਹ ਫਿਰ ਨਾ ਮੇਰਾ ਇੱਕ ਸ਼ੇਅਰ ਸੀਗਾ ਕਿ ਨਾ ਮੈਂ ਚਾਹੁੰਦਾ ਲੱਭਣਾ ਉਹਨੂੰ, ਨਾ ਉਹ ਚਾਹਵੇ ਲੁਕਣਾ, ਨਾ ਉਹ ਮੰਗਦਾ ਸਜਦੇ ਮੇਰੇ, ਨਾ ਮੈਂ ਚਾਹੁੰਦਾ ਝੁਕਣਾ, ਨਾ ਮੈਂ ਉਹਦੀ ਰਹਿਮਤ ਮੰਗਦਾ, ਨਾ ਉਹ ਮੇਰੀ ਧੇਲੀ, ਬਾਬਾ ਮੇਰਾ ਯਾਰ ਲੰਗੋਟੀ, ਮੈਂ ਬਾਬੇ ਦਾ ਬੇਲੀ। ਤੇ ਇਹਦੇ ਵਿੱਚੋਂ ਫਿਰ ਇਹ ਮੇਰੀ ਛੇੜ ਟਾਈਪ ਜਿਹੀ ਨਿਕਲ ਆਈ ਵੀ ਬਾਬਾ ਬੇਲੀ। ਉਹ ਫਿਰ ਹੋਇਆ ਕਿ ਜਦੋਂ ਫੇਸਬੁੱਕ ਦਾ ਜ਼ਮਾਨਾ ਆਇਆ ਨਾ, ਜਦੋਂ ਫੇਸਬੁੱਕ ਨਵੀਂ ਆਈ ਸੀ ਉਦੋਂ, ਤੇ ਉਦੋਂ ਮੈਂ ਫੇਸਬੁੱਕ 'ਤੇ ਨਾ ਅਕਾਊਂਟ ਬਣਾਉਣਾ ਚਾਹੁੰਦਾ ਸੀ ਪਰਦੇ ਜਿਹੇ ਵਾਲਾ, ਵੀ ਮੈਨੂੰ ਸੀ ਵੀ ਬਸ ਕਿਸੇ ਨੂੰ ਪਤਾ ਨਾ ਲੱਗੇ, ਜਦੋਂ ਪਤਾ ਜਾਂ ਨਾ ਲੱਗੇ ਤੇ ਬਸ ਵੀ ਦੇਖਣ ਪੜ੍ਹਨ ਜੇ ਨੂੰ। ਤਾਂ ਉਹ ਫਿਰ ਮੈਂ ਬਾਬਾ ਬੇਲੀ ਦੇ ਨਾਂ 'ਤੇ ਅਕਾਊਂਟ ਬਣਾ ਲਿਆ। ਉਹਦੇ 'ਤੇ ਮੈਂ ਜੋ ਵੀ ਲਿਖਿਆ ਕਰਦਾ ਥੱਲੇ ਮੈਂ ਬਾਬਾ ਬੇਲੀ ਲਿਖ ਦਿਆ ਕਰਦਾ। ਇਤਫਾਕਨ ਉਦੋਂ ਹੀ ਕਿਤੇ ਜਿਵੇਂ ਕੰਵਰ ਬਾਈ ਨਾਲ ਸਾਥ ਬਣਨਾ ਸੀ, ਕੰਵਰ ਗਰੇਵਾਲ ਹੋਣਾ ਨਾਲ, ਉਹਨਾਂ ਦਾ ਵੀ ਪਹਿਲਾ ਗੀਤ ਸੀਗਾ ਜਿਨ੍ਹਾਂ ਨੂੰ ਤੂੰ ਦਿਸਦਾ ਕੋਈ ਹੋਰ ਹੀ ਅੱਖਾਂ ਨੇ। ਅਤੇ ਮੈਨੂੰ ਵੀ ਉਸ ਗੀਤ ਨਾਲ ਬਤੌਰ ਗੀਤਕਾਰ ਇਸ ਇੰਡਸਟਰੀ 'ਚ ਲਾਂਚ ਹੋਣ ਦਾ ਮੌਕਾ ਮਿਲ ਗਿਆ। ਮੁੜ ਕੇ ਫਿਰ ਇਹ ਨਾਮ ਜਿਹੜਾ ਸੀ ਉਹ ਜਿਵੇਂ ਫੇਸਬੁੱਕ 'ਤੇ ਨਾ ਪਾਪੂਲਰ ਜਿਹਾ ਹੋ ਗਿਆ। ਸ਼ੋਸ਼ਾ ਮੈਂ ਤਾਂ ਆਪਦੇ ਵੱਲੋਂ ਇੱਕ ਸ਼ੋਸ਼ਾ ਜਿਹਾ ਹੀ ਛੱਡਿਆ ਸੀ, ਪਰ ਉਹ ਨਾਮ ਪਾਪੂਲਰ ਹੋ ਗਿਆ। ਫਿਰ ਇਸੇ ਨਾਮ 'ਤੇ ਚੱਲ ਸੋ ਚੱਲ। ਤੁਹਾਡੀਆਂ ਦਿਲ ਦੀਆਂ ਰੀਝਾਂ ਨੇ ਜਿਹੜੀਆਂ ਹੈ ਨਾ, ਚਲੋ ਪਤਾ ਸਾਨੂੰ ਵੀ ਤੁਹਾਡੀ ਸ਼ਖਸੀਅਤ ਹੈ ਜਿਹੜੀ ਉਹ ਇੱਕ ਸਾਹਿਤਕ ਹੈ, ਪਰ ਤੁਹਾਡੀਆਂ ਦਿਲ ਦੀਆਂ ਰੀਝਾਂ ਨੇ ਜਿਹੜੀਆਂ ਉਹ ਅੱਗੇ ਕੀ ਕਰਨਾ ਨੇ, ਵੀ ਤੁਸੀਂ ਹੁਣ ਤੱਕ ਦੇ ਸਫ਼ਰ ਤੋਂ ਸੰਤੁਸ਼ਟ ਹੋ? ਬਹੁਤ ਜ਼ਿਆਦਾ। ਮਤਲਬ ਮੈਂ ਤਾਂ ਐਂ ਮੰਨ ਕੇ ਚੱਲਦਾ ਹੁੰਦਾ ਵੀ ਯਾਰ ਵੀ ਬਹੁਤ ਜ਼ਿਆਦਾ ਲਿਆਕਤ ਤੋਂ ਵੱਧ ਮਿਲਿਆ ਹੋਇਆ। ਅਤੇ ਜਿੰਨਾ ਹੁਣ ਦੇਖੋ ਨਾ ਅੱਜ ਤੁਹਾਡੇ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲ ਰਿਹਾ, ਅਤੇ ਇਹ ਵੀ ਖੁਸ਼ ਇਸ ਵਕਤ ਸਾਡਾ ਹੈਗਾ ਜੀ। ਨਹੀਂ ਤਾਂ ਇਹ ਵੀ ਕਿਹਨੂੰ ਵੀ ਅਸਲ 'ਚ ਨਾ ਕੀ ਹੁੰਦਾ ਵੀ ਪਹਿਲੀ ਗੱਲ ਤਾਂ ਹੁੰਦੀ ਵੀ ਤੁਸੀਂ ਆਪਦੇ ਲਈ ਸੋਚਿਆ ਕੀ ਹੋਇਆ। ਤੋ ਜਦੋਂ ਨਾ ਬੰਦੇ ਨੇ ਸੋਚਿਆ ਹੋਵੇ, ਉਹਦੀ ਕੋਈ ਖਾਸ਼ ਹੋਵੇ ਕਿ ਆਹ ਸਿਸਟਮ ਜਿਹਾ, ਉਦੋਂ ਕਈ ਵਾਰੀ ਜਦੋਂ ਉਹਦੇ ਹਾਣ ਦਾ ਤੁਹਾਨੂੰ ਨਹੀਂ ਮਿਲਦਾ, ਉਦੋਂ ਜਿਹੜੀ ਹੈ ਉਹ ਬੰਦੇ ਨੂੰ ਥੋੜ੍ਹਾ ਜਿਹਾ ਨਿਰਾਸ਼ਾ ਮਾਯੂਸੀ ਆਉਂਦੀ ਹੈ। ਮੈਂ ਇਸ ਖੇਤਰ 'ਚ ਕੁਛ ਬਣਨ ਦਾ ਸੋਚ ਕੇ ਆਇਆ ਹੀ ਨਹੀਂ। ਮਤਲਬ ਮੇਰਾ ਤਾਂ ਜਿਹੜਾ ਪਹਿਲਾ ਗੀਤ ਸੀਗਾ ਖਾਬਾਂ ਦੇ ਦੇਸ, ਉਹਦੇ 'ਚ ਸਪਸ਼ਟ ਕਰਤਾ ਸੀ ਕਿ ਖਾਬਾਂ ਦੇ ਦੇਸ ਅਨੋਖੇ ਉੱਚੀਆਂ ਦਹਿਲੀਜ਼ਾਂ ਨੇ, ਮੰਜ਼ਿਲ ਨੂੰ ਪਾਉਣਾ ਨਹੀਂ ਉਹ ਰੱਖੀਆਂ ਇਹ ਰੀਝਾਂ ਨੇ, ਸਫ਼ਰਾਂ ਵਿੱਚ ਮਰ ਮੁੱਕ ਜਾਣਾ ਸਮਿਆਂ ਦੇ ਰਾਹੀ ਨੇ, ਦੁਨੀਆ ਨੇ ਸੋਚੀ ਜਾਣਾ ਕੀਤਾ ਕੀ ਮਾਹੀ ਨੇ। ਤਾਂ ਅਸੀਂ ਤਾਂ ਮਤਲਬ ਮੈਂ ਤਾਂ ਇਸ ਸਫ਼ਰ ਨੂੰ ਬੇਸਿਕਲੀ ਇੰਜੋਏ ਕਰਨ ਆਇਆ ਸੀਗਾ। ਇਹ ਉਸ ਵਕਤ ਮੈਂ ਕਹਿਸਿਆ ਵੀ ਨਹੀਂ ਸੀਗਾ ਕਿ ਯਾਰ ਵੀ ਸਾਡੇ ਗੀਤ ਐਂ ਚੱਲਿਆ ਵੀ ਕਰਨਗੇ, ਵੀ ਲੋਕ ਸਟੋਰੀਆਂ ਵੀ ਇਹਦੇ 'ਤੇ ਪਾਇਆ ਕਰਨਗੇ, ਜਾਂ ਇਹ ਕਿਤੇ ਖਾੜਿਆਂ 'ਚ ਲੋਕ ਆਪਦੇ ਵਿਆਹ ਦੀਆਂ ਮੂਵੀਆਂ 'ਚ ਗੀਤ ਲਾਇਆ ਕਰਨਗੇ, ਜਾਂ ਸਾਡੇ ਖਾੜੇ ਲੱਗਿਆ ਕਰਨਗੇ, ਸਾਡੇ ਸ਼ੋਅ ਲੱਗਿਆ ਕਰਨਗੇ। ਇਹ ਚੀਜ਼ਾਂ ਸੋਚੀਆਂ ਨਹੀਂ ਸੀ। ਇਹ ਤਾਂ ਮਤਲਬ ਕਿਆਸੀਆਂ ਹੀ ਨਹੀਂ ਸੀ ਜੋ ਮਿਲ ਗਿਆ। ਤਾਂ ਇਸ ਕਰਕੇ ਇਸ ਪੱਖੋਂ ਮੈਂ ਸੰਤੁਸ਼ਟ ਹਾਂ। ਪਰ ਹਾਂ, ਜਿਹੜਾ ਮੈਨੂੰ ਇਹ ਲੱਗਦਾ ਵੀ ਜਦੋਂ ਇਹ ਕੰਮ ਚੱਲੀ ਗਿਆ, ਲੋਕਾਂ 'ਚ ਮੇਰੀ ਪਛਾਣ ਬਣਦੀ ਗਈ, ਲੋਕਾਂ ਵੱਲੋਂ ਮੈਨੂੰ ਮਾਨਤਾ ਮਿਲਣੀ ਸ਼ੁਰੂ ਹੋ ਗਈ, ਉਦੋਂ ਮੈਨੂੰ ਲੱਗਿਆ ਵੀ ਨਹੀਂ ਯਾਰ ਵੀ ਮੇਰੇ 'ਚ ਪੋਟੈਂਸ਼ੀਅਲ ਹੈਗਾ। ਇਟ ਮੀਨ ਵੀ ਜੇ ਹੁਣ ਪਰਮਾਤਮਾ ਨੇ ਪੋਟੈਂਸ਼ੀਅਲ ਦਿੱਤਾ ਤਾਂ ਫਿਰ ਤੁਹਾਨੂੰ ਇਹਨੂੰ ਯੂਜ਼ ਕਰਨਾ ਚਾਹੀਦਾ। ਤੋ ਮੈਂ ਹੁਣ ਚਾਹੁੰਦਾ ਵੀ ਲੋਕਾਂ ਨੂੰ ਇੱਕ ਅਲਟਰਨੇਟ ਮਿਊਜ਼ਿਕ ਮਿਲੇ, ਜੋ ਇਸ ਵੇਲੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਚੱਲ ਰਿਹਾ, ਖੜਕਾ ਦੜਕਾ ਠਾ ਚੱਕ ਲਓ ਧਰ ਲਓ, ਵੀ ਉਹਦੇ ਬਦਲ 'ਚ ਜਿਹੜਾ ਬੰਦੇ ਉਹ ਨਹੀਂ ਸੁਣਨਾ ਚਾਹੁੰਦੇ ਉਹਨਾਂ ਨੂੰ ਕੁਛ ਬਦਲਤਾ ਮਿਲੇ ਨਾ, ਕਿ ਉਹ ਕੀ ਸੁਣਨਗੇ। ਤਾਂ ਹੁਣ ਸਾਡੀ ਕੋਸ਼ਿਸ਼ ਹੈ ਵੀ ਅਸੀਂ ਉਹ ਅਲਟਰਨੇਟ ਮਿਊਜ਼ਿਕ ਨੂੰ ਖੜਾ ਕਰ ਸਕੀਏ, ਤਾਂ ਕਿ ਜਿੱਥੇ ਜਿਹੜੇ ਲੋਕ ਉਹਦੇ ਤੋਂ ਅੱਕੇ ਹੋਏ ਨੇ ਜਾਂ ਜਿਹੜੇ ਅੱਜ ਸੁਣ ਰਹੇ ਨੇ, ਕੱਲ੍ਹ ਨੂੰ ਜਿਨ੍ਹਾਂ ਨੇ ਅੱਕਣਾ, ਕਿਉਂਕਿ ਇਹ ਜਿਹੜਾ ਜੋ ਚੱਲ ਰਿਹਾ ਨਾ ਉਹ ਇੱਕ ਪਰਟੀਕੂਲਰ ਟਾਈਮ ਏਜ ਤੱਕ ਤਾਂ ਠੀਕ ਰਹਿੰਦਾ, ਬੰਦਾ ਸੁਣਦਾ ਰਹਿੰਦਾ, ਉਸ ਤੋਂ ਬਾਅਦ ਬੰਦਾ ਇਹ ਤੋਂ ਅੱਕ ਜਾਂਦਾ ਹੈ। ਉਹ ਕਹਿੰਦਾ ਯਾਰ ਵੀ ਹੁਣ ਕੁਝ ਸਟੀਕ ਜਿਹੀ ਗੱਲ ਹੋਵੇ। ਤਾਂ ਜਦੋਂ ਉਹ ਉਹਦੇ ਤੋਂ ਅੱਕਣਗੇ ਉਦੋਂ ਉਹਨਾਂ ਕੋਲ ਸੁਣਨ ਨੂੰ ਕੁਝ ਹੋਵੇ। ਤਾਂ ਅਸੀਂ ਲੱਗੇ ਹੋਏ ਹਾਂ, ਮੇ ਵੀ ਕੱਲ੍ਹ ਨੂੰ ਸਾਡੇ ਵਰਗੇ ਹੋਰ ਵੀ ਆਉਣਗੇ, ਹੈ ਨਾ, ਵੀ ਜਿਹੜੇ ਗਾਇਕੀ ਨੂੰ ਇਸ ਐਂਗਲ ਤੋਂ ਵੀ ਦੇਖਣਗੇ ਕਿ ਬਜਾਏ ਜੋ ਕਮਰਸ਼ੀਅਲ ਹੈ ਉਹ ਗਾਉਣ ਦੇ, ਜੋ ਤੁਹਾਡੇ ਕੋਲ ਹੈ ਤੁਸੀਂ ਉਸ ਚੀਜ਼ ਨੂੰ ਕਮਰਸ਼ੀਅਲ ਬਣਾਉਣ ਦੀ ਕੋਸ਼ਿਸ਼ ਕਰੋ, ਉਹ ਵਿਕੇ, ਉਸ ਪੱਖ 'ਤੇ ਤੁਸੀਂ ਧਿਆਨ ਦਿਓ। ਤੋ ਅਜੇ ਉਸ ਮੂਵਮੈਂਟ 'ਤੇ ਲੱਗੇ ਹੋਏ ਆ। ਤਾਂ ਮੈਨੂੰ ਲੱਗਦਾ ਵੀ ਉਹ ਜਿਸ ਤਰ੍ਹਾਂ ਦਾ ਮੈਂ ਸੋਚਿਆ ਹੋਇਆ ਉਹ ਅਜੇ ਮੁਕਾਮ ਨਹੀਂ ਹੈ। ਹਾਂ, ਜੋ ਮੈਂ ਆਪਣੇ ਨਿੱਜੀ ਤੌਰ 'ਤੇ ਕਹਾਂ, ਨਿੱਜੀ ਤੌਰ 'ਤੇ ਮੈਨੂੰ ਮੇਰੀ ਲਿਆਕਤ ਤੋਂ, ਮੇਰੀ ਸਮਰੱਥਾ ਹੈ ਜਾਂ ਜਿੰਨੀ ਕੁ ਮੇਰੀ ਸੂਝ ਆ, ਉਹਦੇ ਤੋਂ ਤਾਂ ਬਹੁਤ ਜ਼ਿਆਦਾ ਮਿਲਿਆ ਹੋਇਆ, ਬਹੁਤ ਜ਼ਿਆਦਾ ਲੋਕਾਂ ਵੱਲੋਂ ਪਿਆਰ। ਜਿੱਥੇ ਵੀ ਜਾਈਏ ਲੋਕ ਅਦਬ ਨਾਲ, ਪਿਆਰ ਨਾਲ, ਸਤਿਕਾਰ ਨਾਲ ਮਿਲਦੇ ਆ, ਬੁਲਾਉਂਦੇ ਆ। ਤੋ ਉਹ ਤਾਂ ਉਹ ਸੱਚੀ ਮੁੱਚੀ ਕਮਾਈ ਹੈ। ਬਹੁਤ ਵਧੀਆ ਸਵਾਲ ਦਾ ਜਵਾਬ ਦਿੱਤਾ ਤੁਸੀਂ। ਅਤੇ ਮੈਂ ਇਹ ਪੁੱਛਣਾ ਚਾਹੁੰਦਾ ਜੀ, ਮਾਂ ਨੂੰ ਤਾਂ ਸਾਰੇ ਆਪਦੇ ਪੁੱਤ ਪਿਆਰੇ ਹੁੰਦੇ ਨੇ,
ਠੀਕ ਆ, 2 ਸਵਾਲ ਨੇ ਇਹਦੇ ਵਿੱਚ। ਇੱਕ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਜਦੋਂ ਫ੍ਰੀ ਟਾਈਮ ਹੋਣਾ ਆਪਣਾ ਹੀ ਕਿਹੜਾ ਗੀਤ ਗੁਣਗੁਣਾਉਂਦੇ ਹੋ, ਤੇ ਦੂਜਾ ਤੁਸੀਂ ਕਿਸ ਨੂੰ ਸੁਣਨਾ ਪਸੰਦ ਕਰਦੇ ਹੋ? ਮੈਂ ਜ਼ਿਆਦਾਤਰ ਤਾਂ ਕਵੀਸ਼ਰੀਆਂ ਸੁਣਦਾ। ਤੁਹਾਡੇ ਰੰਗ 'ਚ ਵੀ ਦੀਂਦਾ ਗਾ ਜੀ? ਮੇਰਾ ਜਿਹੜਾ ਰੰਗ ਹੈ ਜਿਵੇਂ ਕਵੀਸ਼ਰੀ ਦਾ, ਢਾਡੀ ਵਾਰਾਂ, ਤੇ ਜਾਂ ਫਿਰ ਜਿਹੜੇ ਸਾਡੇ ਨਾ ਪੁਰਾਣੇ ਗੀਤ। ਮੈਂ ਅਸਲ 'ਚ ਨਾ ਜ਼ਿਆਦਾਤਰ ਕਿਹਨੂੰ ਬਈ ਆਪਦਾ ਫੀਲਡ ਵਰਕ ਸੁਣਦਾ। ਮੇਰਾ ਫੀਲਡ ਵਰਕ ਕੀ ਹੁੰਦਾ ਵੀ ਜਿਵੇਂ ਮੈਂ ਕਿਸੇ ਵਿਆਹ 'ਤੇ ਗਿਆ ਤਾਂ ਉੱਥੇ ਮੈਂ ਜਿੱਥੇ ਬੀਬੀਆਂ ਬੈਠੀਆਂ ਗਾਉਣ ਗਾ ਰਹੀਆਂ ਹੁੰਦੀਆਂ ਨੇ, ਮੈਂ ਚੁੱਪ ਕਰਕੇ ਉਹਨਾਂ ਦੇ ਵਿੱਚ ਜਾ ਕੇ ਬਹਿ ਜਾਂਦਾ, ਆਪਦਾ ਮੋਬਾਈਲ ਰਿਕਾਰਡਿੰਗ 'ਤੇ ਰੱਖ ਲੈਣਾ ਉਹਨਾਂ ਦੇ, ਜਾਂ ਉਹਨਾਂ ਦੇ ਜੇ ਮੈਨੂੰ ਲੱਗੇ ਵੀ ਇੱਥੇ ਉਸ ਤਰ੍ਹਾਂ ਦਾ ਮਾਹੌਲ ਨਹੀਂ ਹੈਗਾ ਵੀ ਇੱਕ ਉਹ ਮੈਨੂੰ ਬੰਦੇ ਦੇ ਤੌਰ 'ਤੇ ਨਾ ਉਹ ਕਹਿਣਗੇ ਵੀ ਇਹ ਬੁੜੀਆਂ 'ਚ ਕਿਉਂ ਬੈਠਾ, ਤਾਂ ਮੈਂ ਉੱਥੇ ਆਪਦਾ ਮੋਬਾਈਲ ਜਿਹੜਾ ਹੈਗਾ ਰਿਕਾਰਡਿੰਗ 'ਤੇ ਲਾ ਕੇ ਰੱਖਾ ਹੁੰਦਾ, ਅਤੇ ਉਹ ਮੇਰਾ ਫੀਲਡ ਵਰਕ ਹੁੰਦਾ। ਤਾਂ ਮੈਂ ਉਸ ਫੀਲਡ ਵਰਕ ਨੂੰ ਬਹੁਤ ਸੁਣਦਾ। ਮੈਂ ਮਾਈਆਂ ਨੂੰ ਜਾਂ ਜਿਹੜੇ ਸਾਡੇ ਜਾਂ ਵਿਆਹ 'ਚ ਜਿਹੜੇ ਗਾਉਣ ਗਾਏ ਜਾਂਦੇ ਨੇ, ਮੈਂ ਉਹ ਮੈਨੂੰ ਮਤਲਬ ਮੈਨੂੰ ਉਹਦੇ 'ਚੋਂ ਇੱਕ ਲੋਰ, ਇੱਕ ਹਲਾਰਾ ਜਿਹਾ ਮਿਲਦਾ। ਅਤੇ ਗਾਇਕਾਂ ਦੇ ਵਿੱਚੋਂ ਮੈਂ ਬਾਈ ਹਰਭਜਨ ਮਾਨ ਹੋਣਾ ਨੂੰ ਬਹੁਤ ਸੁਣਦਾ, ਕਿਉਂਕਿ ਉਹਨਾਂ ਦੀ ਜਿਹੜੀ ਆਵਾਜ਼ ਹੈ, ਉਹਨਾਂ ਨੂੰ ਜਿਹੜੀ ਵਿਰਾਸਤ ਮਿਲੀ ਹੋਈ ਹੈ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਸਾਹਿਬ ਦੀ, ਕਵੀਸ਼ਰੀ ਦੀ, ਉਹ ਉਹਨਾਂ ਦੀ ਆਵਾਜ਼ 'ਚ, ਉਹਨਾਂ ਦੀ ਗਾਇਕੀ ਦੇ ਅੰਦਾਜ਼ 'ਚੋਂ ਰੰਗਤ ਝਲਕਦੀ ਹੈ। ਤਾਂ ਉਹ ਮਤਲਬ ਮੇਰੇ ਮਨਪਸੰਦ ਨੇ। ਬਾਕੀ ਹੋਰ ਜਿਵੇਂ ਪੁਰਾਣੇ ਢਾਡੀ ਅਮਰ ਸਿੰਘ ਸ਼ੌਂਕੀ ਜੀ, ਦਦਾਰ ਸਿੰਘ ਰਟੈਂਡਾ, ਸਾਡੇ ਮਾਝੇ ਤੋਂ ਜੋਗਾ ਸਿੰਘ ਜੋਗੀ ਜੀ, ਦਇਆ ਸਿੰਘ ਦਿਲਬਰ ਜੀ, ਇਹ ਇਹਨਾਂ ਲੋਕ ਮੈਂ ਆਪਣਾ ਗੀਤ ਤੁਹਾਡਾ ਜਿਹੜਾ ਫ੍ਰੀ ਟਾਈਮ 'ਚ ਅਕਸਰ ਗੁਣਗੁਣਾਉਂਦੇ? ਆਪਣਾ ਮੈਨੂੰ ਐਂ ਲੱਗਦਾ ਵੀ ਮੇਰੇ ਨਾ ਕੀ ਹੁੰਦਾ ਵੀ ਮੈਂ ਮੋਬਾਈਲ 'ਚ ਹੀ ਜ਼ਿਆਦਾ ਲਿਖਦਾ, ਹੱਥ ਨਾਲ ਨਹੀਂ ਲਿਖਦਾ। ਅਤੇ ਮੇਰੀ ਲੇਕਿਨ ਅੱਜ ਦੀ ਟਾਈਮ ਟੈਕਨੋਲੋਜੀ ਯੂਜ਼ ਕਰਦੇ ਹੋ? ਮਜਬੂਰੀ ਬਣ ਗਈ ਨਾ, ਮੇਰੀ ਲਿਖਾਈ ਬਹੁਤ ਗੰਦੀ ਹੈ। ਉਹ ਮੈਨੂੰ ਕਈ ਵਾਰੀ ਆਪ ਨੂੰ ਵੀ ਸਮਝ ਨਹੀਂ ਆਉਂਦੀ ਵੀ ਕੀ ਲਿਖਿਆ, ਤਾਂ ਫਿਰ ਮੈਂ ਨਾ ਟਾਈਪ ਕਰਦਾ ਜ਼ਿਆਦਾ। ਅੱਜ ਕੱਲ੍ਹ ਟਾਈਪ ਨਾਲ ਤਾਂ ਵੌਇਸ ਨੋਟ ਵੀ ਬੰਦਾ ਬਣਾ ਲੈਂਦਾ। ਵੌਇਸ ਨੋਟ 'ਚ ਕੀ ਹੈ ਵੀ ਅਜੇ ਪੰਜਾਬੀ ਨੂੰ ਲੈ ਕੇ ਉਨੀ ਕੰਪੈਟੇਬਲ ਨਹੀਂ ਹੋਈ ਟੈਕਨੋਲੋਜੀ, ਉਹ ਸ਼ਬਦ ਫਿਰ ਉਹ ਡੰਡੀ ਨਹੀਂ ਪੈਂਦੀ, ਕਿਤੇ ਕੌਮਾ ਨਹੀਂ ਪੈਂਦਾ, ਤਾਂ ਮੈਂ ਟਾਈਪ ਕਰਦਾ। ਤਾਂ ਮੈਂ ਮੋਬਾਈਲ ਨਾ ਜਦੋਂ ਮੇਰਾ ਆਪ ਦਾ ਮੂਡ ਹੁੰਦਾ ਗਾਉਣ ਦਾ, ਤਾਂ ਮੈਂ ਸਕਰੋਲ ਕਰਦਾ ਰਹਿੰਦਾ, ਜਾਂ ਆਪਦੇ ਲੈਪਟਾਪ ਨੂੰ ਸਕਰੋਲ ਕਰਦਾ ਰਹਿੰਦਾ, ਉੱਥੇ ਜਿਹੜੀ ਮੈਨੂੰ ਚੀਜ਼ ਲੱਗੇ ਵੀ 5-7 ਸਾਲ ਪਹਿਲਾਂ ਲਿਖੀ ਸੀ ਯਾਰ, ਕਦੀ ਗਾਈ ਨਹੀਂ, ਫਿਰ ਮੈਂ ਉਹ ਗਾਉਣ ਲੱਗ ਜਾਣਾ, ਉਹ ਚੰਗੀ ਲੱਗਣ ਲੱਗ ਜਾਂਦੀ ਹੈ। ਆਪਦੇ ਗੀਤ ਮੇਰੇ ਐਂ ਹੁੰਦਾ ਵੀ ਜਿਵੇਂ ਲੋਕ ਤਾਂ ਮੈਥੋਂ ਜ਼ਿਆਦਾ ਸੁਣਦੇ ਨੇ, ਜਿਵੇਂ ਲਾਵਾਂ, ਤੇਰੀ ਤਸਵੀਰ, ਖਾਬਾਂ ਦੇ ਦੇਸ, ਨੀਂਦ ਅੱਜ ਕੱਲ੍ਹ ਸੁਣਨ ਲੱਗ ਗਏ। ਤੂੰ ਆਪਦੇ ਤਾਂ ਮਤਲਬ ਆਹੀ ਹੁੰਦੇ ਨੇ, ਇਹ ਤਾਂ ਹੁਣ ਰਟੇ ਜੇ ਪਏ ਨੇ, ਮਤਲਬ ਇੰਨੀ ਵਾਰੀ ਗਾ ਗੂ ਦੇ ਨੇ ਵੀ ਹੁਣ ਤਾਂ। ਸਾਡੇ ਦਰਸ਼ਕਾਂ ਨੂੰ ਕੀ ਸੁਣਾਉਣਾ ਚਾਹੋਗੇ? ਜੋ ਤੁਸੀਂ ਸੁਣਨਾ ਚਾਹੋਗੇ। ਮੈਂ ਤਾਂ ਸਾਰੇ ਦਾ ਫੈਨ ਆ ਗਿਆ। ਚਲੋ ਆਪਾਂ ਤੇਰੀ ਤਸਵੀਰ ਤੋਂ ਸ਼ੁਰੂ ਕਰਦੇ ਹਾਂ। ਤੇਰੀ ਤਸਵੀਰ ਮੈਂ ਅੱਜ ਵੀ ਸਰਾਣੇ ਕੋਲ ਰੱਖੀ ਏ, ਇਸੇ ਕਰਕੇ ਹੀ ਦੁਨੀਆ ਨੇ ਕਹਾਣੀ ਖੋਲ ਰੱਖੀ ਏ। ਤੇਰਾ ਮੇਰਾ ਸੀ ਕੀ ਰਿਸ਼ਤਾ, ਅਜੇ ਵੀ ਲੋਕ ਪੁੱਛਦੇ ਨੇ, ਤੂੰ ਵੀ ਗੱਲ ਗੋਲ ਰੱਖੀ ਸੀ, ਮੈਂ ਵੀ ਗੱਲ ਗੋਲ ਰੱਖੀ ਏ। ਇਹ ਗੱਲ ਗੋਲ ਕਿਹਦੇ ਨਾਲ ਰੱਖੀ ਸੀ? ਇਹ ਤਾਂ ਬਸ ਜਿਹੜੀਆਂ ਰੱਖੀਆਂ ਗਈਆਂ ਲਈ ਇਹ ਨਹੀਂ ਗੱਲ ਹੁਣ ਵੀ ਗੋਲ ਕਰਕੇ ਐ ਹੁੰਦਾ। ਮੈਂ ਤਾਂ ਹਮੇਸ਼ਾ ਗਾਹ ਨੂੰ ਦੇਖਿਆ, ਪਿੱਛੋਂ ਤਾਂ ਹੁਣ ਜੋ ਹੋ ਗਿਆ ਸੋ ਹੋ ਗਿਆ। ਹਰ ਬੰਦੇ ਦੀਆਂ ਨਾ ਸੱਜੀਆਂ ਖੱਬੀਆਂ ਬਾਹਾਂ ਹੁੰਦੀਆਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ। ਤੁਹਾਡੀਆਂ ਸੱਜੀਆਂ ਖੱਬੀਆਂ ਬਾਹਾਂ ਮਤਲਬ ਤੁਹਾਨੂੰ ਇੱਥੇ ਤੱਕ ਪਹੁੰਚਣ ਲਈ ਕਿੰਨਾ ਯਾਰਾਂ ਦੋਸਤਾਂ ਦਾ, ਘਰਦਿਆਂ ਦਾ ਸਹਿਯੋਗ, ਕਿਹਦਾ ਸਹਿਯੋਗ ਰਿਹਾ? ਮੈਂ ਤਾਂ ਇਹਦੇ ਹਿਸਾਬ ਨਾਲ ਬਹੁਤ ਖੜਕਧਾਰੀ ਬਣ ਜਾਊਂਗਾ। ਖੜਕ ਕਹਿੰਦੇ ਨੇ ਬਾਂਹ ਨੂੰ, ਮੇਰੀਆਂ ਤਾਂ ਕਈ ਬਾਹਾਂ ਨੇ। ਮੈਂ ਮੈਨੂੰ ਇਹ ਲੱਗਦਾ ਵੀ ਮੈਨੂੰ ਸਭ ਤੋਂ ਪਹਿਲਾਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਗਾਇਕ ਦੇ ਤੌਰ 'ਤੇ ਲਿਆਉਣ 'ਚ ਨਾ ਬਾਈ ਹਰਜੀਤ ਬਰਾੜ ਸੀਗੇ ਕੈਨੇਡਾ ਤੋਂ, ਉਹਨਾਂ ਦਾ ਸੀਗਾ। ਉਹਨਾਂ ਨੇ ਹੀ ਮੈਨੂੰ ਮੋਟੀਵੇਟ ਕੀਤਾ। ਮੈਨੂੰ ਤਾਂ ਲੱਗਦਾ ਹੀ ਨਹੀਂ ਸੀ ਵੀ ਮੈਂ ਵੀ ਸਟੇਜ 'ਤੇ ਗਾ ਸਕਦਾ, ਜਾਂ ਮੈਂ ਮਤਲਬ ਮੈਨੂੰ ਆਪਦੇ ਪੋਟੈਂਸ਼ੀਅਲ ਦਾ ਨਹੀਂ ਸੀ ਪਤਾ, ਪਰ ਉਹਨਾਂ ਦਾ ਤੀਜਾ ਨੇਤਰ ਇਹ ਕਹਿੰਦਾ ਸੀ ਵੀ ਹਾਂ ਇਹਦੇ 'ਚ ਪੋਟੈਂਸ਼ੀਅਲ ਹੈਗਾ ਵੀ ਕਰ ਸਕਦਾ। ਤਾਂ ਉਹਨਾਂ ਨੇ ਮਤਲਬ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਵੀ ਕੀਤਾ, ਸਪੋਰਟ ਵੀ ਕੀਤੀ। ਪਹਿਲਾਂ ਮੇਰੇ ਸਟਾਰਟਿੰਗ 'ਤੇ ਸ਼ੋਅ ਦੇਖੋ ਪਤਾ ਕੀ ਹੁੰਦਾ ਕਿਨੂੰ ਬਈ, ਇੱਕ ਵਕਤ ਆਉਂਦਾ ਜਦੋਂ ਤੁਹਾਨੂੰ ਲੋਕ ਜਾਣਨ ਲੱਗ ਜਾਂਦੇ ਨੇ ਪਿੱਛੋਂ, ਉਦੋਂ ਤੁਹਾਡੇ ਸ਼ੋਅ ਲੱਗਣ ਵੀ ਲੱਗ ਜਾਂਦੇ ਨੇ। ਗਾਇਕ ਦੀ ਤਾਂ ਸਭ ਤੋਂ ਵੱਡੀ ਲੋੜ ਸ਼ੋਅ ਹੀ ਹੁੰਦਾ, ਕਿਉਂਕਿ ਕਮਾਈ ਤਾਂ ਸ਼ੋਅ ਤੋਂ ਹੀ ਆਉਣੀ ਹੈ। ਆਹ ਤਾਂ YouTube ਤਾਂ ਤੁਸੀਂ ਆਪ ਇਹ ਕੰਮ ਕਰਦੇ ਹੋ, ਤੁਹਾਨੂੰ ਵੀ ਪਤਾ ਵੀ ਇਹਦਾ ਖਰਚਾ ਪਾਣੀ ਹੋਈ ਹੈ। ਅਤੇ ਗਾਇਕ ਨੂੰ ਸਟਾਰਟਿੰਗ ਜਦੋਂ ਦਾ ਕਰੀਅਰ ਸ਼ੁਰੂ ਹੁੰਦਾ ਨਾ, ਉਦੋਂ ਉਹਨੂੰ ਸਭ ਤੋਂ ਵੱਡੀ ਲੋੜ ਇਹੀ ਹੁੰਦੀ ਵੀ ਉਹਦਾ ਕੋਈ ਸ਼ੋਅ ਲਵਾ ਲੇ। ਜਦੋਂ ਮੇਰਾ ਸ਼ੋਅ ਕੋਈ ਵੀ ਲਵਾਉਣ ਨੂੰ ਤਿਆਰ ਨਹੀਂ ਸੀ, ਜਾਂ ਕੋਈ ਇਹ ਸੋਚਣ ਨੂੰ ਤਿਆਰ ਨਹੀਂ ਸੀ ਯਾਰ ਰਿਸਕ ਜਿਹਾ ਯਾਰ ਇਹਦੇ 'ਤੇ ਕੀ ਪਤਾ ਨਹੀਂ ਕੀ ਕਰੂਗਾ, ਵਿਆਹ 'ਚ ਕੀ ਨਾ ਕਰੂ, ਜਾਂ ਕਿਤੇ ਹੋਰ ਪ੍ਰੋਗਰਾਮ 'ਚ, ਉਸ ਵਕਤ ਜਿਨ੍ਹਾਂ ਲੋਕਾਂ ਨੇ ਮੇਰੇ 'ਤੇ ਰਿਸਕ ਲਿਆ, ਹਰਜੀਤ ਬਰਾੜ ਉਹਨਾਂ 'ਚ ਸਭ ਤੋਂ ਪਹਿਲਾ ਨਾਮ, ਕੈਨੇਡਾ ਤੋਂ।
ਉਹਨਾਂ ਨੇ ਮੇਰੇ ਇੱਥੇ ਸ਼ੋਅ ਸਟਾਰਟਿੰਗ ਜਿਹੜੇ ਮੇਰੇ ਪਹਿਲੇ ਸ਼ੋਅਜ਼ ਸੀ ਮੇਰੇ, ਉਹਨਾਂ ਨੇ 2-3 ਸ਼ੋਅ ਇੱਥੇ ਇੰਡੀਆ 'ਚ ਕਰਾਏ। ਫਿਰ ਚੱਲ ਸੋ ਉਹਨਾਂ ਤੋਂ ਫਿਰ ਮੇਰਾ ਅੱਗੇ ਚੱਲ ਸੋ ਚੱਲ ਕੰਮ ਜਿਹੜਾ ਸੀ ਉਹ ਚੱਲਿਆ। ਫਿਰ ਮੇਰਾ ਮੇਲ ਹੋਇਆ ਗੈਵੀ ਢੀਂਡਸਾ, ਮਨੀਸ਼ ਗਰਗ ਜੀ, ਕਮਲ ਕਕਰਾਲਾ ਧੂਰੀ ਤੋਂ ਇੱਕ ਟੀਮ ਬਣੀ। ਇਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ। ਵਸਲ ਪ੍ਰੋਡਕਸ਼ਨਸ ਦੇ ਰੂਪ ਵਿੱਚ ਇਹਨਾਂ ਨੇ ਮੈਨੂੰ ਲਾਂਚ ਕੀਤਾ, ਜਿਸ 'ਚ ਤੁਹਾਡਾ ਵੀ ਯੋਗਦਾਨ ਬਹੁਤ ਅਹਿਮ ਹੈ, ਕਿਉਂਕਿ ਸਾਡੇ ਲਾਵਾਂ ਦੇਖੋ ਮੇਰੀ ਜਿਹੜੀ ਮੇਨ ਪਛਾਣ ਬਣੀ ਲੋਕਾਂ ਦੇ ਵਿੱਚ, ਆਮ ਲੋਕਾਂ 'ਚ ਜਦੋਂ ਮੇਰਾ ਨਾਮ ਗਿਆ ਉਹ ਲਾਵਾਂ ਗੀਤ ਤੋਂ ਗਿਆ। ਅਤੇ ਲਾਵਾਂ ਗੀਤ ਜਿਹੜਾ ਸੀ ਉਹ ਇਹਨਾਂ ਦੀ ਮਤਲਬ ਉਹਦੀ ਆਡੀਓ ਜਿਹੜੀ ਸੀ ਹਰਜੀਤ ਬਰਾੜ ਜੀ ਨੇ ਤਿਆਰ ਕਰਾਈ ਹੋਈ ਸੀ, KV ਨੇ ਤਿਆਰ ਕੀਤੀ ਸੀ ਮਿਊਜ਼ਿਕ 'ਚ, ਅਤੇ ਉਹਨੂੰ ਡਿਜੀਟਲੀ ਤੁਸੀਂ ਵੀ ਪ੍ਰਮੋਟ ਕੀਤਾ, ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ। ਅਤੇ ਉਹ ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਮਨੀਸ਼ ਗਰਗ ਜਿਹਦਾ ਮੈਂ ਨਾਮ ਲਿਆ, ਗੈਵੀ ਢੀਂਡਸਾ, ਕਮਲ ਕਕਰਾਲਾ ਬਾਈ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਮੇਰੇ 'ਚ। ਬਾਕੀ ਫੈਮਿਲੀ ਸਪੋਰਟ ਹੁੰਦੀ ਹੈ। ਉਸ ਤੋਂ ਬਾਅਦ ਜਿਵੇਂ ਆਪਾਂ ਅੱਗੇ ਚੱਲਦੇ ਹਾਂ, ਮੇਰਾ ਮਿੱਤਰ ਸੁਖਜਿੰਦਰ ਰਿਸ਼ੀ, ਡਾਕਟਰ ਸੁਖਜਿੰਦਰ ਰਿਸ਼ੀ, ਉਹਨਾਂ ਦਾ ਵੀ ਯੋਗਦਾਨ ਹੈ। ਤਾਂ ਮਤਲਬ ਮੈਂ ਨਾ ਇਹ ਸਵਾਲ ਦਾ ਜਵਾਬ ਜਦੋਂ ਮੈਥੋਂ ਪੁੱਛਿਆ ਜਾਂਦਾ ਨਾ ਕਿਨੂੰ ਬਈ, ਤਾਂ ਮੇਰੇ ਮਨ 'ਚ ਹਰ ਵਕਤ ਇੱਕ ਘਬਰਾਹਟ ਰਹਿੰਦੀ ਹੈ ਵੀ ਯਾਰ ਕਿਹਦਾ ਨਾਂ ਲੈ ਲਾ ਵੀ ਮੈਥੋਂ ਨਾ ਛੁੱਟ ਨਾ ਜਾਵੇ ਬਈ, ਕਿਉਂਕਿ ਮੈਂ ਹਰ ਵਕਤ ਮੇਰੀ ਅਰਦਾਸ ਵੀ ਇਹੀ ਹੈ। ਮੈਂ ਮਤਲਬ ਜੇ ਮੈਨੂੰ ਮੈਂ ਜਿਵੇਂ ਬੜੀ ਨਾ ਸੰਤੁਸ਼ਟ ਜ਼ਿੰਦਗੀ ਮੈਂ ਜਿਉਂ ਰਿਹਾ, ਤਾਂ ਮੇਰੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਵੀ ਕਿਤੇ ਮੈਨੂੰ ਉਹਨਾਂ ਲੋਕਾਂ ਦਾ ਨਾਂ ਨਾ ਭੁੱਲ ਜੇ ਜਿਹੜੇ ਲੋਕਾਂ ਨੇ ਮੈਨੂੰ ਸਟਾਰਟਿੰਗ ਮੇਰਾ ਕਰੀਅਰ ਸ਼ੁਰੂ ਕਰਵਾਇਆ। ਮੈਂ ਜੋ ਵੀ ਹਾਂ ਨਾ ਉਹ, ਕਿਉਂਕਿ ਮੈਂ ਤਾਂ ਸਾਰਿਆਂ ਨੂੰ ਦਿਖ ਜਾਂਦਾ, ਹਰੇਕ ਕਲਾਕਾਰ ਹੀ ਦਿਖ ਜਾਂਦਾ, ਉਹਦੇ ਪਰਦੇ ਪਿੱਛੇ ਜਿਹੜੇ ਲੋਕ ਹੁੰਦੇ ਨੇ ਉਹ ਨਹੀਂ ਦਿਖਦੇ। ਮੇਰੇ ਪਰਿਵਾਰ ਦਾ ਕੀ ਯੋਗਦਾਨ ਹੈ ਉਹ ਨਹੀਂ ਦਿਖਦਾ ਕਿਸੇ ਨੂੰ ਵੀ, ਉਹ ਹਰ ਕਿਸੇ ਦਾ ਆਪੋ ਆਪਣੇ ਤਰੀਕੇ ਦਾ ਯੋਗਦਾਨ ਹੈ। ਮੇਰੇ ਲਈ ਇੰਨੇ ਨਾਮ ਲੈਣੇ ਸੰਭਵ ਨਹੀਂ, ਪਰ ਹਾਂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਵੀ ਪਤਾ ਤਾਂ ਮੈਂ ਮਾਫੀ ਮੰਗਦਾ ਜਿਹਦਾ ਕਿਤੇ ਨਾਮ ਇੱਥੋਂ ਨਹੀਂ ਲਿਆ ਗਿਆ ਰਹਿ ਗਿਆ। ਤੁਸੀਂ ਲਾਵਾਂ ਗਾਣੇ ਦਾ ਜ਼ਿਕਰ ਕੀਤਾ, 2 ਸ਼ਬਦ ਹੋ ਜਾਣ ਸਾਡੇ ਸਰੋਤਿਆਂ ਲਈ। ਸਾਡੇ ਬਾਬਲ ਨੇ ਪੱਲਾ ਤੇਰੇ ਨਾਮ ਕੀਤਾ ਵੇ, ਤੇਰੇ ਨਾਮ ਕੀਤਾ ਹੱਥੀਂ ਆਪ ਰਚਾਏ ਸਾਰੇ ਕਾਜ ਵੇ, ਲਾਵਾਂ ਲਈਆਂ ਦੀ ਰੱਖ ਲਈ ਲਾਜ ਵੇ, ਲਾਵਾਂ ਲਈਆਂ ਦੀ ਰੱਖ ਲਈ ਲਾਜ ਵੇ। ਸੁਣ ਰਾਜ ਕੁਮਾਰੀ ਰਾਜੇ ਬਾਪ ਦੀਏ ਨੀ ਕਿਸੇ ਦੇਸ ਦੀਏ, ਤੇਰਾ ਪੱਲਾ ਮੇਰੇ ਸਿਰ ਤਾਜ ਨੀ, ਲਾਵਾਂ ਲਈਆਂ ਦੀ ਰੱਖੂੰਗਾ ਮੈਂ ਲਾਜ ਨੀ, ਮੇਰੇ ਘਰ ਚੱਲੂਗਾ ਤੇਰਾ ਰਾਜ ਨੀ। ਬਹੁਤ ਖੂਬ ਹੈ। ਤਾਂ ਕੁਐਸਚਨ ਪ੍ਰਾਈਵੇਟ, ਪਰ ਜਿਨ੍ਹਾਂ ਨਾਲ ਲਾਵਾਂ ਲਈਆਂ ਨੇ ਉਹਨਾਂ ਦਾ ਰਾਜ ਚੱਲਦਾ ਹੁਣ ਬਕਾਇਦਾ ਚੱਲਦਾ। ਔਰ ਇਹ ਇਕੱਲਾ ਮੇਰਾ ਨਹੀਂ ਚੱਲਦਾ, ਹਰੇਕ ਦੇ ਘਰ ਦੀ ਇਹੋ ਕਹਾਣੀ ਆ। ਉਹ ਬਾਹਰ ਜਿਵੇਂ ਮਰਜ਼ੀ ਹੋਵੇ, ਬਾਹਰ ਬੰਦੇ ਦੀ ਜਿਹੜੀ ਹਾਲਤ ਹੁੰਦੀ ਹੈ ਨਾ, ਉਹ ਭਾਰਤ ਦੇ ਰਾਸ਼ਟਰਪਤੀ ਵਰਗੀ ਹੁੰਦੀ ਆ ਵੀ ਦੇਖਣ ਨੂੰ ਤਾਂ ਸਾਰਾ ਕੁਝ ਉਹਦੇ ਨਾਂ 'ਤੇ ਹੀ ਹੋ ਰਿਹਾ, ਪਰ ਉਹਨੂੰ ਵਿਚਾਰੇ 'ਚ ਰਾਸ਼ਟਰਪਤੀ ਨੂੰ ਪਤਾ ਵੀ ਨਹੀਂ ਹੁੰਦਾ ਵੀ ਉਹਦੇ ਨਾਂ 'ਤੇ ਕੀ ਕੁਝ ਹੋਈਦਾ, ਕੰਮ ਸਾਰਾ ਪ੍ਰਧਾਨ ਮੰਤਰੀ ਕਰੀ ਜਾਂਦਾ। ਤਾਂ ਇਹੀ ਘਰ ਘਰ ਦੀ ਕਹਾਣੀ ਹੈ। ਹਰ ਘਰ 'ਚ ਜਿਹੜਾ ਹੈਗਾ ਉਹ ਮਤਲਬ ਬੀਵੀਆਂ ਦਾ ਰਾਜ ਹੋਣਾ ਵੀ ਚਾਹੀਦਾ, ਕਿਉਂਕਿ ਨਾ ਧਨੀ ਰਾਮ ਚਾਤਰਕ ਉਹਨਾਂ ਨੇ ਇੱਕ ਥਾਂ 'ਤੇ ਲਾਈਨ ਲਿਖੀ ਸੀ, ਕਹਿੰਦੇ ਜਿਹੜੇ ਘਰ ਨੂੰ ਔਰਤ ਨੇ ਸਿਆਣਪ ਨਾਲ ਸੰਭਾਲਿਆ ਹੋਵੇ ਨਾ, ਤਾਂ ਕੋਈ ਬੰਦਾ ਉਹਨੂੰ ਕਹੀ ਨਾਲ ਵੀ ਨਹੀਂ ਢਾਹ ਸਕਦਾ, ਉਹਨੂੰ ਢਾਇਆ ਨਹੀਂ ਜਾ ਸਕਦਾ। ਤੋ ਔਰਤਾਂ ਦੇ ਹੱਥਾਂ 'ਚ ਜਿਹੜਾ ਉਹ ਰਾਜ ਰਹੇ, ਘਰ ਦਾ ਵੀ ਬੰਦੇ ਦੀ ਵੀ ਕਮਾਂਡ ਰਹੇ ਨਾ ਹੱਥ 'ਚ, ਤਾਂ ਫਿਰ ਕੰਮ ਸੌਖਾ ਰਹਿੰਦਾ। ਬੜੀਆਂ ਚਿੰਤਾਵਾਂ ਤੋਂ ਤੁਸੀਂ ਮੁਕਤ ਰਹਿੰਦੇ ਹੋ। ਤੁਸੀਂ ਬਹੁਤ ਗੀਤ ਲਿਖੇ ਨੇ ਹੈ ਨਾ, ਲਿਖਦੇ ਵੀ ਹੋਗੇ ਅਤੇ ਸ਼ਾਲਾ ਲਿਖਦੇ ਵੀ ਰਹੋ। ਕਦੇ ਸ਼ਰੀਕੇ ਹਯਾਤ ਨੇ ਕਿਹਾ ਵੀ ਮੇਰੇ ਲਈ ਕੁਛ ਲਿਖਿਆ? ਉਹ ਤਾਂ ਨਾ ਉਹਦਾ ਇੱਕ ਸ਼ਿਕਵਾ ਹੁੰਦਾ, ਮਤਲਬ ਜਿਹੜੀ ਕਵਿਤਾ 'ਤੇ ਨਾ ਉਹਨੂੰ ਮੈਂ ਮਤਲਬ ਇੱਕ ਵੈਸੇ ਜਿਵੇਂ ਸਟਾਰਟਿੰਗ ਜਦੋਂ ਸਾਡਾ ਦੋਸਤੀ ਸ਼ੁਰੂ ਜਿਹੀ ਹੋਈ ਸੀ, ਤਾਂ ਮੈਂ ਇੱਕ ਪਰਚੀ 'ਤੇ ਉਹਨੂੰ ਕੁਛ ਲਿਖ ਕੇ ਭੇਜਿਆ ਸੀਗਾ, ਅਤੇ ਉਹ ਪਰਚੀ ਉਹਨੇ ਸਾਂਭੀ ਹੋਈ ਸੀ। ਜਦੋਂ ਅਸੀਂ ਬੇਲੀ ਬੁਣਾ ਲਾਈਵ ਦੀ ਉਹ ਕਰ ਰਹੇ ਸੀ ਰਿਕਾਰਡਿੰਗ, ਤਾਂ ਮੈਂ ਨਾ ਅਸੀਂ ਉਦੋਂ ਜਦੋਂ ਮੈਟਰ ਸਿਲੈਕਟ ਕਰ ਰਹੇ ਸੀ, ਤਾਂ ਮੈਂ ਵੈਸੇ ਹੀ ਗੈਵੀ ਢੀਂਡਸੇ ਨੂੰ ਲਾਈਨ ਸੁਣਾਈ। ਉਹ ਕਹਿੰਦਾ ਯਾਰ ਬੜੀ ਜ਼ਬਰਦਸਤ ਹੈ, ਕਹਿੰਦਾ ਵੀ ਇਹ ਆਪਾਂ ਬੇਲੀ ਬੁਣਾ ਲਾਈਵ 'ਚ ਪਾਵਾਂਗੇ। ਜਦੋਂ ਅਸੀਂ ਉੱਤੇ ਮੈਂ ਫਿਰ ਉਹਨੂੰ ਮੈਸੇਜ ਕੀਤਾ, ਮੈਂ ਕਿਹਾ ਮੈਨੂੰ ਉਹ ਫੋਟੋ ਖਿੱਚ ਕੇ ਭੇਜੀ ਜਿਹੜਾ ਪਰਚੀ ਦੀ, ਮੈਂ ਪੂਰਾ ਦੇਖ ਲਾਂ ਵੀ ਐਗਜ਼ੈਕਟ ਵਰਡਿੰਗ ਸਾਮੀ ਹੋਈ ਸੀ ਪੂਰੀ। ਹਾਂ, ਉਹਨੂੰ ਇਸੇ ਗੱਲ ਦਾ ਸ਼ਿਕਵਾ, ਕਹਿੰਦੀ ਲਿਖੀ ਤਾਂ ਮੇਰੇ ਵਾਸਤੇ ਸੀ, ਹੁਣ ਤੁਸੀਂ ਸਾਰਿਆਂ ਨੂੰ ਹੀ ਸੁਣਾਤੀ। ਉਹ ਲੈਣ ਸੀ ਕਿ ਜੇ ਤੈਥੋਂ ਮੁੱਲ ਨਾ ਤਰਿਆ ਕਿਸੇ ਨੇ ਲੁੱਟ ਹੋ ਜਾਣਾ, ਜੇ ਤੈਥੋਂ ਮੁੱਲ ਨਾ ਤਰਿਆ ਕਿਸੇ ਨੇ ਲੁੱਟ ਹੋ ਜਾਣਾ, ਤੇਰੇ ਇਸ ਸ਼ਾਹ ਸਮੰਦਰ ਨੇ ਕਿਸੇ ਦੀ ਘੁੱਟ ਹੋ ਜਾਣਾ, ਤੇ ਮੈਨੂੰ ਕੌਡੀਆਂ ਬਦਲੇ ਜ਼ਮਾਨਾ ਤੋਲ ਦੇਵੇਗਾ, ਜੇ ਤੂੰ ਨਾ ਸਾਂਭਿਆ ਮੈਨੂੰ ਜ਼ਮਾਨਾ ਰੋਲ ਦੇਵੇਗਾ, ਜੇ ਤੂੰ ਨਾ ਸਾਂਭਿਆ ਮੈਨੂੰ। ਇਹ ਤਾਂ ਮੈਨੂੰ ਇਹ ਲੱਗਦਾ ਸਾਹਮਣੇ ਹੈਗਾ।
ਅੱਜ ਹੀਰੇ ਨੂੰ ਸਾਂਭਿਆ ਹੋਇਆ ਹੈਗਾ, ਪਰਿਵਾਰ ਨੇ ਵੀ ਸਾਂਭਿਆ ਹੈ, ਤੇ ਸਭ ਤੋਂ ਧਰਮ ਪਤਨੀ ਦਾ ਯੋਗਦਾਨ ਸਭ ਤੋਂ ਵੱਡਾ ਹੁੰਦਾ। ਬਹੁਤ ਵੱਡਾ ਹੁੰਦਾ। ਮਤਲਬ ਮੈਂ ਉਹਦੇ ਸਿਰ ਤੇ ਬਹੁਤ ਨਿਸ਼ਚਿੰਤ ਹਾਂ, ਕਿਉਂਕਿ ਬਹੁਤ ਨਾ ਇਹ ਕਿ ਬਈ ਕਰਮਾਂ ਦੀ ਖੇਡ ਹੁੰਦੀ ਹੈ ਕਿ ਤੁਹਾਨੂੰ ਐਸਾ ਜੀਵਨ ਸਾਥੀ ਮਿਲ ਜਾਏ ਜਿਹੜਾ ਤੁਹਾਡੇ ਪ੍ਰੋਫੈਸ਼ਨ ਦੀਆਂ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਉਹਨੂੰ ਸਮਝਦਾ ਹੋਵੇ। ਇਹ ਨਾ ਇੱਕ ਆਮ ਤੌਰ 'ਤੇ ਕਿਹਾ ਜਾਂਦਾ ਕਿ ਹਰੇਕ, ਜਿਵੇਂ ਆਮ ਕਹਾਵਤ ਆ ਵੀ ਹਰੇਕ ਕਾਮਯਾਬ ਆਦਮੀ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ। ਇਹ ਜਮਾਂ ਸੱਚੀ ਗੱਲ ਹੈ, ਕਿਉਂਕਿ ਨਾ ਜਦੋਂ ਤੁਹਾਡੇ ਇੱਕ ਜੀਵਨ ਸਾਥੀ ਨੇ ਜ਼ਿੰਦਗੀ 'ਚ ਤਰੱਕੀ ਕਰਨੀ ਹੈ ਤਾਂ ਦੂਜੇ ਨੂੰ ਆਪਣਾ ਜਿਹੜਾ ਕਰੀਅਰ ਹੈ ਜਾਂ ਆਪਣੀਆਂ ਜਿਹੜੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ ਨੇ ਉਹਨਾਂ ਨਾਲ ਸਮਝੌਤਾ ਕਰਨਾ ਪਊਗਾ। ਬਹੁਤ ਘੱਟ ਇੱਦਾਂ ਹੁੰਦਾ ਵੀ ਦੋਨੋਂ ਜਾਣੇ ਹੀ। ਤਾਂ ਹੁਣ ਜਿਵੇਂ ਮਤਲਬ ਮੇਰੇ ਕਰੀਅਰ ਨੂੰ ਅੱਗੇ ਪੁਸ਼ ਦੇਣ ਵਾਸਤੇ ਉਹਨੂੰ ਕਈ ਵਾਰੀ ਆਪ ਦਾ ਜਿਹੜਾ ਹੈਗਾ, ਜਿਵੇਂ ਹੁਣ ਉਹਦਾ PhD ਦਾ ਕੰਮ ਚੱਲਦਾ ਹੁੰਦਾ, ਉਹਨੂੰ PhD ਦਾ ਕੰਮ ਛੱਡ ਕੇ ਉੱਧਰੋਂ ਮੈਂ ਪ੍ਰੋਗਰਾਮ 'ਤੇ ਜਾਣਾ, ਮੇਰੀ ਪ੍ਰੋਗਰਾਮ ਦੀ ਸਾਰੀ ਤਿਆਰੀ ਕਰਾਉਣੀ ਪੈਂਦੀ ਹੈ। ਤਾਂ ਕਈ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਵੀ ਜਦੋਂ ਮੈਂ ਦੇਖਦਾ ਤਾਂ ਮੈਂ ਉਹਨੂੰ ਮਤਲਬ ਨਾ ਮੂੰਹੋਂ ਬੋਲ ਕੇ ਮੈਥੋਂ ਥੈਂਕਸ ਵੀ ਨਹੀਂ ਕਿਹਾ ਹੁੰਦਾ। ਸ਼ਾਇਦ ਤੁਹਾਡੀ ਇੰਟਰਵਿਊ ਰਾਹੀਂ ਭਾਵੇਂ ਮੈਂ ਕਹਿਦਾ ਵੀ ਹਾਂ ਮੈਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਦਾ ਵੀ ਉਹਨੂੰ ਬਹੁਤ ਕੁਝ ਜਿਹੜਾ ਹੈਗਾ ਵੀ ਉਹ ਆਪਣਾ ਛੱਡਣਾ ਪੈਂਦਾ, ਸੈਕਰੀਫਾਈਸ ਕਰਨਾ ਪੈਂਦਾ। ਉਹ ਦਿਖਦਾ ਹੁੰਦਾ, ਕਈ ਵਾਰੀ ਦਿਖਦਾ ਯੋਗਦਾਨ ਵੀ ਹੁੰਦਾ, ਕਈ ਵਾਰੀ ਅਣਦਿਖਦਾ ਯੋਗਦਾਨ ਵੀ ਹੁੰਦਾ, ਦੋਨੋਂ ਕਿਸਮ ਦਾ ਕੰਟਰੀਬਿਊਸ਼ਨ ਹੁੰਦਾ। ਤੋ ਸਾਨੂੰ ਸਾਰਿਆਂ ਨੂੰ, ਮੈਂ ਤਾਂ ਇਹ ਸਮਝਦਾ ਵੀ ਅਸੀਂ ਮਤਲਬ ਜੇਕਰ ਇਸ ਚੀਜ਼ ਨੂੰ ਮਹਿਸੂਸ ਕਰੀਏ ਤਾਂ ਅਸੀਂ ਸ਼ਾਇਦ ਜੋ ਸਾਡੀਆਂ ਧਰਮ ਪਤਨੀਆਂ, ਸਾਡੀਆਂ ਘਰ ਵਾਲੀਆਂ ਸਾਡੇ ਵਾਸਤੇ ਕਰਦੀਆਂ ਨੇ, ਅਸੀਂ ਸ਼ਾਇਦ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਐਕਟਿੰਗ ਵਾਲਾ ਕੀੜਾ ਹਰ ਕਲਾਕਾਰ ਦੇ ਵਿੱਚ ਹੁੰਦਾ। ਜਿਵੇਂ ਹਰ ਪਾਸੇ ਬੰਦਾ ਕਿਹਾ ਜਾਂਦਾ ਵੀ ਫਿਲਮਾਂ ਦੇ ਵਿੱਚ ਰਾਹ, ਜੇ ਤੁਸੀਂ ਐਕਟਰ ਬਣਨਾ ਤਾਂ ਗਾਇਕੀ ਦੇ ਥਰੂ ਆ। ਤੁਹਾਡੇ ਅੰਦਰ ਫਿਲਮਾਂ ਵਾਲਾ ਕੀੜਾ ਹੈਗਾ, ਜਾਂ ਕਦੇ ਸੋਚਿਆ ਵੀ ਮੈਂ ਫਿਲਮਾਂ 'ਚ ਵੀ ਇਸ ਤਰ੍ਹਾਂ ਦਾ ਕਰੈਕਟਰ ਕਰਨਾ ਚਾਹੁੰਦਾ, ਜਾਂ ਕਦੇ ਤੁਸੀਂ ਸਟੋਰੀ ਲਿਖੀ ਆ, ਜਾਂ ਤੁਸੀਂ ਚਾਹੁੰਦੇ ਯਾਰ ਵੀ ਮੈਂ ਫਿਲਮਾਂ ਦੀ ਫਿਰਤ ਬਦਲਾਂ ਵੀ ਇਹੋ ਜਿਹੇ ਗੀਤ ਵੀ ਆਉਣ? ਨਹੀਂ, ਵੈਸੇ ਮੈਂ 3-4 ਕੁਐਸਚਨ ਇਕੱਠੇ ਕਰਤੇ ਨੇ। ਹਾਂ, ਮੈਂ ਅਸਲ 'ਚ ਫਿਲਮ ਲਾਈਨ ਦਾ ਬੰਦਾ ਹੀ ਨਹੀਂ, ਕਿਉਂਕਿ ਅਦਾਕਾਰੀ ਮੇਰੇ ਵੱਸ ਦਾ ਕੰਮ ਹੀ ਨਹੀਂ। ਇਹ ਤਾਂ ਸ਼ਾਇਦ ਤੁਹਾਨੂੰ ਆ ਇੰਟਰਵਿਊ 'ਚ ਵੀ ਪਤਾ ਲੱਗ ਜੂ ਵੀ ਜਦੋਂ ਦੀ ਆਪਾਂ ਇੰਟਰਵਿਊ ਕੀਤੀ ਹੈ ਸ਼ਾਇਦ ਹੀ ਮੈਂ ਕੈਮਰੇ ਵੱਲ ਦੇਖਿਆ ਹੋਵੇ, ਹੈ ਨਾ। ਮੈਂ ਕੈਮਰਾ ਪਤਾ ਨਹੀਂ ਹਿਸਾਬ ਜਿਹਾ ਹੀ ਨਹੀਂ ਆਉਂਦਾ ਆਪਾਂ ਨੂੰ। ਇੱਕ ਮੈਂ ਨਾ ਮਤਲਬ ਅਦਾਕਾਰੀ ਵਾਲਾ ਸਿਸਟਮ ਆਪਣੇ 'ਚ ਹੁੰਦਾ ਨਹੀਂ। ਕੁਦਰਤ ਨਾ ਗੁਣ ਬਖਸ਼ਦੀ ਹੈ। ਮੈਨੂੰ ਲੱਗਦਾ ਵੀ ਸ਼ਾਇਦ ਜਿਵੇਂ ਮੈਨੂੰ ਕੁਦਰਤ ਨੇ ਆਵਾਜ਼ ਬਖਸ਼ੀ, ਥੋੜ੍ਹਾ ਬਹੁਤਾ ਅੱਖਰਾਂ ਨੂੰ ਜੋੜਨ ਦਾ ਹੁਨਰ ਬਖਸ਼ਿਆ, ਆਪਦੀ ਸੂਝ ਸਮਰੱਥਾ ਮੁਤਾਬਕ ਗੱਲਾਂ ਬਾਤਾਂ ਕਰਨ ਦਾ ਸਲੀਕਾ ਤਰੀਕਾ ਦੱਸਿਆ, ਪਰ ਸ਼ਾਇਦ ਅਦਾਕਾਰੀ ਨਹੀਂ ਹੈ। ਹਾਂ, ਕੱਲ੍ਹ ਨੂੰ ਆ ਜੇ ਉਹਦਾ ਕੋਈ ਕਹਿ ਨਹੀਂ ਸਕਦੇ, ਪਰ ਅਜੇ ਤੱਕ ਮੈਂ ਆਪਦੇ ਆਪ 'ਚ ਮਹਿਸੂਸ ਕਰਦਾ ਵੀ ਮੇਰੇ ਕੋਲ ਅਦਾਕਾਰੀ ਵਾਲਾ ਜਿਹੜਾ ਸਿਸਟਮ ਹੈ ਵੀ ਉਹ ਨਹੀਂ, ਅਦਾਕਾਰੀ ਹੁੰਦੀ ਹੋਈ ਨਹੀਂ। ਕੋਸ਼ਿਸ਼ ਵੀ, ਮੈਂ ਤਾਂ ਝੂਠ ਵੀ ਬੋਲਦਾ ਹੋਵਾਂ ਨਾ ਤਾਂ ਬੜੇ ਆਰਾਮ ਨਾਲ ਫੜਿਆ ਜਾਂਦਾ। ਅਤੇ ਤੁਹਾਨੂੰ ਜਿਹੜੀਆਂ ਹੁਣ ਤਰ੍ਹਾਂ ਦੀਆਂ ਫਿਲਮਾਂ 'ਚ ਸਟੋਰੀਆਂ ਆ ਰਹੀਆਂ ਨੇ, ਕਹਾਣੀਆਂ ਆ ਰਹੀਆਂ ਨੇ, ਤੁਸੀਂ ਕਹਾਣੀਆਂ ਲਿਖਦੇ ਹੋ ਜਾਂ ਤੁਹਾਨੂੰ ਲੱਗਦਾ ਵੀ ਯਾਰ ਵੀ ਮੈਂ ਇਹ ਕਹਾਣੀ ਲਿਖਾਂ, ਆਹ ਲੈਵਲ ਦੀ ਹੋਵੇ, ਆਹ ਐਕਟਰ ਕੰਮ ਕਰਨ? ਰੀਝਾਂ ਤਾਂ ਚਲੋ ਆਪਾਂ, ਮੈਂ ਕਹਿੰਦਾ ਵੀ ਜਦੋਂ ਜੇ ਤੁਸੀਂ ਗੀਤ ਲਿਖਦੇ ਹੋ, ਜਿੰਨੀ ਤੁਹਾਡੀ ਸਾਹਿਤਕ ਪਕੜ ਆ, ਤੁਸੀਂ ਕਹਾਣੀਆਂ ਸ਼ਾਇਦ ਲਿਖਦੇ ਹੋਵੋਗੇ, ਸਟੋਰੀਆਂ ਫਿਲਮਾਂ ਦੀਆਂ ਲਿਖਦੇ ਹੋਵੋਗੇ। ਨਹੀਂ, ਮੈਨੂੰ ਲੱਗਦਾ ਮੈਂ ਤਾਂ ਫੇਸਬੁੱਕ 'ਤੇ ਪੋਸਟ ਲਿਖਣ ਤੋਂ ਵੀ ਡਰਦਾ ਹੁੰਦਾ ਵੀ ਹੁਣ ਇੰਨੀ ਲੰਬੀ ਕਿੱਥੇ ਲਿਖਾਂਗੇ। ਪਰ ਉਹ ਵੈਸੇ ਇਹ ਹੁੰਦਾ ਵੀ ਜਦੋਂ ਮੈਂ ਗੱਲਬਾਤ ਕਰਦਾ ਜਾਂ ਪੋਸਟ ਵੀ ਕਈ ਵਾਰੀ ਲਿਖਦਾ, ਮੇਰੀ ਜ਼ਿਆਦਾ ਲੰਬੀ ਹੋ ਜਾਂਦੀ ਹੈ। ਪਰ ਹਾਂ, ਮਿੱਥ ਕੇ ਕਹਾਣੀ ਦਾ ਰੂਪ ਦੇਣਾ ਉਹਨੂੰ ਜਾਂ ਕਹਾਣੀ ਫੋਰਮੈਟ 'ਚ ਉਸ ਤਰ੍ਹਾਂ ਨਹੀਂ। ਉਹ ਦੇਖੋ ਹਰੇਕ ਨਾ ਕਿਹਨੂੰ ਬਈ ਵਿਧਾ ਹੁੰਦੀ ਹੈ, ਹਰੇਕ ਦਾ ਕਿਸੇ ਵਿਧਾ 'ਤੇ ਹੱਥ ਚੱਲਦਾ, ਕਿਸੇ 'ਤੇ ਨਹੀਂ ਚੱਲਦਾ। ਤੋ ਆਲ ਰਾਊਂਡਰ ਹੋਣਾ, ਹਰਫਨ ਮੌਲਾ ਹੋਣਾ, ਮਤਲਬ ਇਹ ਹਰ ਬੰਦੇ ਦੇ ਵੱਸ ਦੀ ਖੇਡ ਨਹੀਂ। ਆਪਣੇ 'ਚ ਜੋ ਜਿੰਨਾ ਕੁ ਦੇਖੋ ਆਪਣੇ ਕੋਲ ਹੈਗਾ, ਆਪਾਂ ਤਾਂ ਉਨੇ ਕੁ ਦਾ ਹੀ ਕੰਮ ਕਰਦੇ ਹਾਂ। ਉਦੋਂ ਬਾਅਦ ਦੇਖੋ ਜਿਹੜੀ ਲਿਆਕਤ ਹੈ ਨਹੀਂ, ਉਹਦੇ 'ਚ ਊਂ ਹੱਥ ਪੈਰ ਮੈਂ ਮਾਰੀ ਜਾਵਾਂ, ਉਹ ਮੈਨੂੰ ਲੱਗਦਾ ਮੈਂ ਉਹਦੇ ਨਾਲ ਇਨਸਾਫ ਹੀ ਨਹੀਂ ਕਰ ਪਾਊਂਗਾ। ਮੈਂ ਨਾ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਗਾ, ਵੈਸੇ ਮੇਰੇ ਮਨ 'ਚ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਇਹ ਗੱਲ। ਵੈਸੇ ਨਾ ਹੁਣ ਤੱਕ ਤੁਸੀਂ ਸਵਾਲ ਹੀ ਪੁੱਛ ਰਹੇ ਹੋ। ਨਹੀਂ, ਸਵਾਲ ਤਾਂ ਇਹ ਤਾਂ ਹੁਣ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਮੇਰੇ ਨਾਲ ਜਿਹੜਾ ਹੈਗਾ ਵੀ ਇਹ ਧੋਖਾ ਕਰਿਆ। ਤੁਸੀਂ ਮੈਨੂੰ ਇਹ ਕਹਿ ਕੇ ਬੁਲਾਇਆ ਵੀ ਯਾਰ ਮੇਰੀ ਪਹਿਲੀ ਇੰਟਰਵਿਊ ਹੈ, ਤੇ ਹੁਣ ਤੱਕ ਜਿਹੜੀ ਤੁਸੀਂ ਇੰਟਰਵਿਊ ਕਰੀ, ਮਤਲਬ ਮੈਨੂੰ ਲੱਗਦਾ ਵੀ ਹੋ ਸਕਦਾ ਦੇਖਣ ਵਾਲੇ ਨੂੰ ਲੱਗੇ ਵੀ ਸ਼ਾਇਦ ਮੈਂ ਪਹਿਲੀ ਵਾਰ ਇੰਟਰਵਿਊ ਦੇ ਰਿਹਾ, ਤੁਹਾਡੇ ਤੱਕ ਕਿਸੇ ਵੀ ਸਵਾਲ ਤੋਂ ਨਹੀਂ, ਲੋਕਾਂ ਨੂੰ ਪਤਾ ਲੱਗ ਗਿਆ ਨਾ ਵੀ ਅੱਜ ਕੈਮਰੇ ਤੇ ਪਹਿਲੀ ਵਾਰ ਫੇਸ ਕਰ ਰਹੇ ਨੇ। ਮੈਂ ਇਹ ਪੁੱਛਣਾ ਸੀਗਾ ਵੀ ਆਪਣਾ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਨਾ, ਵੀ ਮੈਨੂੰ ਲੱਗਦਾ ਵੀ ਤੁਸੀਂ ਇਸ ਚੀਜ਼ ਦਾ ਜਵਾਬ ਦੇ ਸਕਦੇ ਹੋ, ਕੰਟਰੋਵਰਸੀ ਲਈ ਨਹੀਂ। ਤੁਹਾਡੇ ਜੋ ਮਨ ਦੇ ਬਲਬਲੇ ਹੋਣਗੇ ਹਾਂ ਜਾਂ ਨਾ, ਕੁਝ ਵੀ ਤੁਸੀਂ ਦੱਸ ਸਕਦੇ ਹੋ। ਮੈਂ ਚਾਹੁੰਦਾ ਵੀ ਗੁਰਦਾਸ ਮਾਨ ਜੀ ਦਾ ਪਿਛਲੇ ਦਿਨੀ ਵਿਰੋਧ ਹੋਇਆਗਾ, ਹੈ ਨਾ, ਉੱਥੇ ਦਿੱਲੀ। ਕੀ ਤੁਹਾਨੂੰ ਲੱਗਦਾ ਵੀ ਉਹ ਪੰਜਾਬੀਆਂ ਨੇ ਜਾਂ ਆਪਣੇ ਜਿਹੜੇ ਜਥੇਬੰਦੀਆਂ ਵੱਲੋਂ ਹੋਇਆ ਜਾਂ ਕੁਝ ਵੀ ਜਿਨ੍ਹਾਂ ਨੇ ਵੀ ਕਰਿਆ ਉਹ ਵੀ ਠੀਕ ਸੀ, ਕਰਨਾ ਚਾਹੀਦਾ ਸੀ, ਨਹੀਂ? ਜਾਂ ਦੇਖੋ ਉਹਦੇ ਬਾਰੇ ਮੇਰੀ ਰਾਏ ਇਹ ਆ, ਇੱਕ ਤਾਂ ਊਂ ਵੀ ਮਤਲਬ ਇਹ ਵੀ ਚਲੋ ਜੇ ਉਹ ਉਹਨਾਂ ਦੇ ਨਾ ਹਰੇਕ ਬੰਦੇ ਦਾ ਕੁਝ ਕੰਟਰੀਬਿਊਸ਼ਨ ਹੁੰਦਾ। ਗੁਰਦਾਸ ਮਾਨ ਜੀ ਦਾ ਨਾ ਪੰਜਾਬੀ ਗਾਇਕੀ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਹੈ, ਬਹੁਤ ਵੱਡਾ ਯੋਗਦਾਨ ਹੈ। ਪਰ ਮੇਰੇ ਉਸਤਾਦ ਜੀ ਕਹਿੰਦੇ ਹੁੰਦੇ ਨੇ, ਕਹਿੰਦੇ ਵੀ ਯਾਰ ਜਿਹੜਾ ਤੁਹਾਡਾ ਇੱਕ ਗੁਨਾਹ ਹੈ ਨਾ, ਤੁਹਾਡੇ ਕਈ ਗੁਣਾਂ ਨੂੰ ਜਿਹੜਾ ਹੈਗਾ ਉਹ ਮਿੱਟੀ ਕਰ ਸਕਦਾ ਹੈ। ਇੱਕ ਗਲਤੀ ਹੋਈ ਸਟੇਜ ਤੋਂ, ਔਰ ਉਹਦੀ ਟਾਈਮਿੰਗ ਜਿਹੜੀ ਸੀ ਉਹ ਗਲਤ ਸੀ।
ਕਿਉਂਕਿ ਟਾਈਮਿੰਗ ਜਦੋਂ ਉਹਨਾਂ ਨੇ ਵਕਾਲਤ ਉਸ ਵਕਤ ਉਹਨਾਂ ਨੇ ਜਿਹੜਾ ਸੀ ਰਾਸ਼ਟਰੀ ਭਾਸ਼ਾ ਦਾ ਮੁੱਦਾ ਚੁੱਕ ਲਿਆ, ਜਿਸ ਵਕਤ ਸਾਰੇ ਦੇਸ਼ ਦੇ ਵਿੱਚ ਜਿਹੜਾ ਸੀਗਾ ਇੱਕ ਪਰਟੀਕੂਲਰ ਏਜੰਡੇ ਦੇ ਤਹਿਤ ਵਨ ਨੇਸ਼ਨ ਵਨ ਲੈਂਗੁਏਜ ਦੀ ਜਿਹੜੀ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਜਿਹੜਾ ਸੀ ਉਹ ਚਰਚਾ ਚੱਲ ਰਹੀ ਸੀ। ਉਸ ਮੌਕੇ 'ਤੇ ਗੁਰਦਾਸ ਮਾਨ ਐਡੀ ਵੱਡੀ ਹਸਤੀ ਸੀ ਪੰਜਾਬੀਆਂ ਵਾਸਤੇ, ਕਿੱਡਾ ਵੱਡਾ ਨਾਮ ਸੀ ਬਾਬਾ ਬੋੜ ਦਾ, ਜਿਉਂਦੇ ਜੀ ਬਾਬਾ ਬੋੜ ਦਾ ਪੰਜਾਬੀਆਂ ਨੇ ਨਾਮ ਦਿੱਤਾ। ਤਾਂ ਉਸ ਹਸਤੀ ਦੇ ਮੂੰਹੋਂ ਉਸ ਮੌਕੇ 'ਤੇ ਜਿਹੜੀ ਹੈਗੀ ਆ ਉਹ ਮਤਲਬ ਇੱਕ ਰਾਸ਼ਟਰ ਇੱਕ ਭਾਸ਼ਾ ਦੇ ਏਜੰਡੇ ਦੀ ਪੂਰਤੀ ਕਰਦਾ ਹੋਇਆ ਜਿਹੜਾ ਬਿਆਨ ਆਉਣਾ ਉਹ ਮੰਦਭਾਗਾ ਸੀ, ਉਹ ਐਕਸਪੈਕਟਡ ਨਹੀਂ ਸੀਗਾ। ਹੁਣ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੋਇਆ। ਮੇਰਾ ਇਹ ਮੰਨਣਾ ਨਿੱਜੀ ਤੌਰ 'ਤੇ ਵੀ ਜਦੋਂ ਕਿਸੇ ਬੰਦੇ ਤੋਂ ਨਾ ਅਸੀਂ ਧੱਕੇ ਨਾਲ ਮਾਫ਼ੀ ਨਹੀਂ ਮੰਗਵਾ ਸਕਦੇ, ਧੱਕੇ ਨਾਲ ਮਾਫ਼ੀ ਮੰਗਾਉਣੀ ਚਾਹੀਦੀ ਨਹੀਂ, ਉਹਦਾ ਲਾਭ ਵੀ ਕੋਈ ਨਹੀਂ। ਜਦੋਂ ਬੰਦੇ ਨੂੰ ਗਲਤੀ ਦਾ ਜਦ ਤੱਕ ਅਹਿਸਾਸ ਨਹੀਂ ਹੁੰਦਾ, ਹੁਣ ਸ਼ਾਇਦ ਜਿਹੜਾ ਹੁਣ ਉਹਨਾਂ ਦਾ ਮਤਲਬ ਮੈਂ ਹੁਣ ਦੇਖਿਆ, ਹੁਣ ਮੈਨੂੰ ਲੱਗਿਆ ਵੀ ਸ਼ਾਇਦ ਉਹਨਾਂ ਨੂੰ ਨਾ ਇਸ ਚੀਜ਼ ਦਾ ਅਹਿਸਾਸ ਹੋ ਗਿਆ, ਕਿਉਂਕਿ ਕੀ ਕਹਿੰਦੇ ਹੁੰਦੇ ਆ ਵੀ ਉਹ ਪੰਜਾਬੀ ਦਾ ਕਹਾਵਤ ਹੈ, ਚਲੋ ਮੈਂ ਮਾਫ਼ੀ ਚਾਹੁੰਦਾ ਜੇ ਮੈਂ ਸਖਤ ਸ਼ਬਦ ਕਹਿ ਰਿਹਾ ਵੀ ਸਾਰੀ ਉਮਰ ਕੁਵਾਰੀ ਰਹੀ ਤੇ ਮੜੀਆਂ ਜਾਂਦੀ, ਉਦਲਗੀ ਵਾਲਾ ਸਿਸਟਮ ਹੁੰਦਾ ਵੀ ਸਾਰੀ ਉਮਰ ਤਾਂ ਉਹਨਾਂ ਨੇ ਪੰਜਾਬੀ ਵਾਸਤੇ ਇੰਨਾ ਕੁਛ ਕੀਤਾ, ਤੇ ਜਦੋਂ ਹੁਣ ਜਮਾਂ ਜਿਵੇਂ ਸਿਖਰ ਹੈ ਤਾਂ ਉੱਥੇ ਜਾ ਕੇ ਇਹ ਕਹਿ ਦੇਣਾ, ਉਹ ਮਤਲਬ ਉਹਨਾਂ ਨੇ ਆਪਦਾ ਜਿਹੜਾ ਕਰੀਅਰ ਸੀਗਾ ਉਹਦੇ ਤਾਂ ਬਹੁਤ ਵੱਡਾ ਨੁਕਸਾਨ ਹੋਇਆ। ਪਰ ਪੰਜਾਬੀਆਂ ਨੂੰ ਇਸ ਮੌਕੇ ਹੁਣ ਇਹ ਦਰਿਆ ਦੇ ਲਈ ਮੈਨੂੰ ਲੱਗਦਾ ਵੀ ਦਿਖਾ ਦੇਣੀ ਚਾਹੀਦੀ ਹੈ ਵੀ ਉਹਨਾਂ ਨੂੰ 2 ਮਿੰਟ ਦੇ ਦਿੰਦੇ। ਚਲੋ ਸਟੇਜ 'ਤੇ ਬੋਲਣਾ ਨਾ ਬੋਲਣਾ ਹੋਰ ਮਸਲਾ, ਪਹਿਲੀ ਗੱਲ ਤਾਂ ਹੁਣ ਇਹ ਹੈ ਨਾ ਵੀ ਪੰਜਾਬੀਆਂ ਦੇ ਮਨਾਂ 'ਚੋਂ ਹਾਲੇ ਤੱਕ ਕੋਈ ਗੱਲ ਗਈ ਨਹੀਂ। ਪੰਜਾਬੀ ਤੇ ਹਾਥੀ ਬਾਰੇ ਨਾ ਇਹ ਚੀਜ਼ ਮਸ਼ਹੂਰ ਹੈ ਵੀ ਇਹ ਬਦਲਾ ਲੈਣਾ 20 ਸਾਲ ਨਹੀਂ ਭੁੱਲਦੇ, ਕਿਸੇ ਬੰਦੇ ਨਾਲ ਇੱਕ ਔੜ ਆ ਜੇ ਸਹੀ 20 ਸਾਲ ਮੁੜ ਕੇ ਇਹਨਾਂ ਨੂੰ ਚੇਤਾ ਨਹੀਂ ਭੁੱਲਦਾ। ਪੰਜਾਬੀ ਮਨ 'ਚੋਂ ਵੀ ਨਾ ਇਹ ਗੱਲ ਐਡੀ ਸੌਖੀ ਜਾਣ ਵਾਲੀ ਨਹੀਂ, ਕਿਉਂਕਿ ਆਪਣੀ ਜਿਹੜੀ ਕੌਮ ਹੈ ਇਹਦਾ ਸੁਭਾਅ ਇਹ ਹੈ ਵੀ ਜਿਹੜੇ ਕੰਮ ਪਿੱਛੇ ਫਿਰ ਪੈ ਜਾਣ ਉਹ ਪੈ ਜਾਣ, ਜਿਹਦੇ ਨਾਲ ਵਿਗੜ ਗਈ ਫਿਰ ਵਿਗੜ ਗਈ ਇਹ ਹੈ। ਪਰ ਜਦੋਂ ਠਰਮੇ ਨਾ ਸੋਚੀਏ ਵਿਚਾਰੀਏ, ਫਿਰ ਮੈਨੂੰ ਇਹ ਲੱਗਦਾ ਵੀ ਉਹਨਾਂ ਦੇ ਜਿਹੜੇ ਉਹਨਾਂ ਨੂੰ ਵੀ, ਪਰ ਨਾ ਗੁਰਦਾਸ ਮਾਨ ਜੀ ਨੂੰ ਵੀ ਆਪਦਾ ਸਟੈਂਡ ਸਪਸ਼ਟ ਕਰਨ ਦੀ ਬਜਾਏ ਇਹ ਤਾਂ ਹੁਣ ਮੈਨੂੰ ਲੱਗਦਾ ਵੀ ਮਾਫ਼ੀ ਮੰਗ ਲੈਣੀ ਚਾਹੀਦੀ। ਪਰ ਉਹ ਕਈ ਵਾਰੀ ਨਾ ਹੁਣ ਵੀ ਉਹ ਇੰਟਰਵਿਊ ਦੇ ਵਿੱਚ ਕਦੇ ਵੀ ਨਹੀਂ ਉਹ ਗੱਲ ਗਲਤ ਨਹੀਂ ਸੀ, ਉਹ ਐਂ ਹੋ ਗਿਆ ਤਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਅਤੇ ਹਾਲਾਂਕਿ ਦੇਖੋ ਵੱਡੇ ਨੇ, ਮੈਂ ਆਪ ਦੀ ਸਿਰਫ ਫੀਲਿੰਗ ਦੱਸ ਰਿਹਾ, ਮੈਂ ਉਹਨਾਂ ਨੂੰ ਕਹਿ ਨਹੀਂ ਸਕਦਾ, ਬਹੁਤ ਵੱਡਾ ਨਾਮ ਹੈ, ਅਸੀਂ ਤਾਂ ਬਹੁਤ ਛੋਟੇ ਹਾਂ ਜੀ। ਮਤਲਬ ਮੇਰੀ ਇਹ ਭਾਵਨਾ ਹੈ ਵੀ ਉਹਨਾਂ ਨੂੰ ਮਾਫ਼ੀ ਮੰਗ ਲੈਣੀ ਚਾਹੀਦੀ ਅਤੇ ਕੌਮ ਨੂੰ ਉਹਨਾਂ ਨੂੰ ਮਾਫ਼ ਮਤਲਬ ਕਰ ਦੇਣਾ ਚਾਹੀਦਾ, ਦਰਿਆ ਦੇ ਲਈ ਦਿਖਾਉਣੀ ਚਾਹੀਦੀ ਹੈ ਵੀ, ਕਿਉਂਕਿ ਜੋ ਕੁਛ ਵੀ ਕਹੀਏ ਵੀ ਕੰਟਰੀਬਿਊਸ਼ਨ ਤਾਂ ਉਹਨਾਂ ਦਾ ਦੇਖੋ ਹੈ। ਤੋ ਇਹ ਮੈਨੂੰ ਲੱਗਦਾ ਮੇਰੀ ਆਪ ਦੀ ਜਿਹੜੀ ਨਿੱਜੀ ਰਾਏ ਹੈ ਜਾਂ ਨਿੱਜੀ ਸੋਚ ਇਹ ਹੈ। ਬਾਕੀ ਦੇਖੋ ਵੱਡਾ ਮਸਲਾ ਹੈ, ਮੇਰੀ ਤਾਂ ਹਸਤੀ ਬਹੁਤ ਛੋਟੀ ਨਾ, ਮੈਂ ਡਿਕਟੇਟ ਨਹੀਂ ਕਰ ਸਕਦਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ। ਮੈਂ ਤਾਂ ਜਿਵੇਂ ਮੈਂ ਸੋਚਦਾ ਮੈਂ ਤਾਂ ਉਹ ਗੱਲ ਕਰ ਸਕਦਾ। ਲੋਕ ਤੁਹਾਡੀ ਲੇਖਣੀ ਦੇ ਅਤੇ ਗਾਇਕੀ ਦੇ ਫੈਨ ਨੇ। ਬੇਲੀ ਪੂਣਾ ਲਾਈਵ ਤੋਂ ਬਾਅਦ ਬੇਲੀ ਪੂਣਾ ਲਾਈਵ 2 ਜਾਂ ਫੁੱਲ ਐਲਬਮ ਆ ਸਕਦੀ ਹੈ ਜਾਂ ਸਿੰਗਲ ਟਰੈਕ ਹੀ ਆਉਣਗੇ? ਅਜੇ ਸਾਡੇ ਏਜੰਡੇ 'ਤੇ ਤਾਂ ਹੈਗਾ, ਕਿਉਂਕਿ ਨਾ ਸਾਡਾ ਬੇਲੀ ਪੂਣਾ ਲਾਈਵ ਦਾ ਜਿਹੜਾ ਤਜਰਬਾ ਸੀ ਬਹੁਤ ਸਫਲ ਰਿਹਾ। ਜਿਵੇਂ ਮੈਂ ਦੱਸ ਕੇ ਹਟਾ ਵੀ ਲਾਵਾਂ ਗੀਤ ਤੋਂ ਬਾਅਦ ਤੇਰੀ ਤਸਵੀਰ ਨੇ ਸਾਨੂੰ ਬਹੁਤ ਮਤਲਬ ਇੱਕ ਅੱਛਾ ਐਕਸਪੋਜ਼ਰ ਦਿੱਤਾ। ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਪੋਇਟਰੀ ਸੈਸ਼ਨਸ ਆਏ ਉਹ ਉਦੋਂ, ਹੁਣ ਤਾਂ ਟਿਕਟੋਕ ਬੰਦ ਹੋ ਗਈ, ਉਦੋਂ ਟਿਕਟੋਕ ਸੀ, ਹੁਣ ਇੰਸਟਾਗ੍ਰਾਮ 'ਤੇ ਰੀਲਸ ਦੇ ਉੱਤੇ ਸਾਡਾ ਉਹ ਅੱਛਾ ਚੱਲ ਰਹੇ ਨੇ ਪੋਇਟਰੀ ਸੈਸ਼ਨ। ਅਤੇ ਉਸ ਨੂੰ ਦੇਖਦੇ ਹੋਏ ਵੀ ਸਾਨੂੰ ਲੱਗਿਆ ਵੀ ਯਾਰ ਉਹ ਵੀ ਇੱਕ ਪੋਇਟਰੀ ਨਾ ਲਿਖੀ ਬਹੁਤ ਪਈ ਹੈ, ਬੜੀ ਕਿਰਪਾ ਹੈ ਪਰਮੇਸ਼ਰ ਦੀ, ਉਹ ਲਿਖੀ ਬਹੁਤ ਪਈ ਹੈ। ਉਹ ਹੁਣ ਉਹਨੂੰ ਕਿਸੇ ਨਾ ਕਿਸੇ ਮੰਚ ਤੋਂ, ਕਿਉਂਕਿ ਮੈਂ ਆਪ 'ਤੇ ਉਹਨੂੰ ਕਿਤਾਬਾਂ ਵਾਲਾ ਸ਼ਾਇਰ ਨਹੀਂ ਸਮਝਦਾ, ਮੈਨੂੰ ਨਹੀਂ ਲੱਗਦਾ ਵੀ ਮੈਂ ਜਿਵੇਂ ਵੀ ਕਿਤਾਬ ਦੇ ਵਿੱਚ ਮੇਰੀ ਲਿਖੀ ਹੋਈ ਚੀਜ਼ ਜਿਹੜੀ ਹੈਗੀ ਵੀ ਉਸ ਤਰੀਕੇ ਨਾਲ ਉੱਭਰੂਗੀ, ਕਿਉਂਕਿ ਹਰੇਕ ਲਿਖਤ ਦਾ ਇੱਕ ਆਪਣਾ ਮੰਚ ਹੁੰਦਾ। ਕੁਛ ਲਿਖਤਾਂ ਕਿਤਾਬਾਂ 'ਚ ਹੀ ਉੱਠਦੀਆਂ ਨੇ, ਕਿਤਾਬਾਂ 'ਚ ਹੀ ਸੋਭਦੀਆਂ ਨੇ, ਕੁਛ ਲਿਖਤਾਂ ਸਟੇਜ ਤੋਂ ਗਾ ਕੇ, ਕੁਛ ਲਿਖਤਾਂ ਸਟੇਜ ਤੋਂ ਉਚਾਰਨ ਨਾਲ ਸੋਭਦੀਆਂ। ਤਾਂ ਮੈਨੂੰ ਲੱਗਦਾ ਵੀ ਮੇਰੀ ਜਿਹੜੀ ਪੋਇਟਰੀ ਆ ਉਹ ਮੈਂ ਬੋਲ ਕੇ ਹੀ ਜਿਵੇਂ ਸਟੇਜ ਤੋਂ ਪੇਸ਼ ਕਰਾਂ ਤਾਂ ਉਹ ਜ਼ਿਆਦਾ ਮੈਨੂੰ ਆਪ ਨੂੰ ਵੀ ਅੱਛੀ ਲੱਗਦੀ ਹੈ। ਤਾਂ ਹੁਣ ਸਾਡੇ ਏਜੰਡੇ 'ਤੇ ਹੈਗਾ, ਪਰ ਫਿਲਹਾਲ ਅਸੀਂ ਜਿਹੜੇ ਹੈਗੇ ਉਹ ਸਾਡੇ 4 ਟਰੈਕ ਜਿਹੜੇ ਨੇ ਸਿੰਗਲ ਟਰੈਕ ਜਿਹੜੇ ਨੇ ਉਹ ਰੈਡੀ ਨੇ ਜੋਇਤਲ ਦੇ ਮਿਊਜ਼ਿਕ ਨਾਲ, ਅਤੇ ਉਹ ਅਸੀਂ ਹੁਣ ਇੱਕ ਇੱਕ ਕਰਕੇ ਲਾਂਚ ਕਰਾਂਗੇ। ਉਸ ਤੋਂ ਬਾਅਦ ਫਿਰ ਬੇਲੀ ਪੂਣਾ ਲਾਈਵ ਜਿਹੜਾ ਹੈਗਾ ਉਹ ਮਤਲਬ ਉਹਦੇ ਨਾਲ ਰਲਦਾ ਮਿਲਦਾ ਕੁਛ ਪ੍ਰੋਜੈਕਟ ਜਿਹੜਾ ਜ਼ਰੂਰ ਕਰਾਂਗੇ, ਕਿਉਂਕਿ ਅਜੇ ਨਾ ਜਿਵੇਂ ਆਡੀਅੰਸ ਕਰੋਨਾ ਕਰਕੇ ਆਡੀਅੰਸ ਜਿਹੜੀ ਹੈਗੀ ਉਹ ਇਕੱਠੀ ਕਰਨੀ ਸੰਭਵ ਨਹੀਂ ਹੈਗੀ। ਤੋ ਉਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਹਨੂੰ ਅਜੇ ਜਿਹੜਾ ਹੈਗਾ ਇਹਨੂੰ ਥੋੜ੍ਹਾ ਡਿਲੇ ਕਰ ਰਹੇ ਹਾਂ। ਉਦੋਂ ਤੱਕ ਅਸੀਂ ਸਿੰਗਲ ਟਰੈਕਸ ਨਾਲ ਆਪਦੀ ਹਾਜ਼ਰੀ ਜਿਹੜੀ ਹੈਗੀ ਉਹ ਇੰਡਸਟਰੀ 'ਚ ਲਵਾਉਂਦੇ ਰਹਾਂਗੇ। ਤੁਸੀਂ ਦੇਖ ਰਹੇ ਸੀਗੇ ਪੰਜਾਬੀ ਟੇਸ਼ਨ। ਵੈਸੇ ਮੇਰੀ ਦਿਲ ਦੀ ਇੱਛਾ ਹੈਗੀ, ਮੇਰੀ ਦਿਲ ਹਲੇ ਰੀਝਾਂ ਨੇ ਜਿਹੜੀਆਂ ਭਰੀਆਂ ਨਹੀਂ ਹੈਗੀਆਂ, ਕਿਉਂਕਿ ਦੁਬਾਰੇ ਬਾਬਾ ਵੇਲੀ ਨੂੰ ਆਪਾਂ ਜ਼ਰੂਰ ਮਿਲਾਂਗੇ ਕਿਸੇ ਨਵੀਂ ਜਗ੍ਹਾ 'ਤੇ
ਨਵੇਂ ਤਰੀਕੇ ਦੇ ਨਾਲ, ਕਿਉਂਕਿ ਮੇਰੇ ਜਿਹੜੇ ਇੱਛਾ ਕੀ ਨਾ ਵੀ ਜਿਹੜੀ ਆਪਣੀ ਲਾਇਬ੍ਰੇਰੀ ਹੈ ਪੰਜਾਬੀ ਟੇਸ਼ਨ ਦੀ, ਉਹਦੇ ਵਿੱਚ ਇਹਨਾਂ ਦਾ ਜਿਹੜਾ ਖਜ਼ਾਨਾ ਹੋਰ ਭਰਿਆ ਜਾਵੇ। ਮੇਰੇ ਹਲੇ ਸੱਚੀ ਸਾਹਿਬ ਮੈਂ ਦਿਲ ਦੀਆਂ ਗੱਲਾਂ ਹੋਰ ਕਢਾਉਣੀਆਂ ਚਾਹੁੰਦਾ ਸੀ ਵੀ ਹਲੇ ਇਹਨਾਂ ਨੇ ਕੱਢੀਆਂ ਨਹੀਂ ਹੈਗੀਆਂ ਗੱਲਾਂ ਉਹ, ਜਾਂ ਮੈਨੂੰ ਕਢਾਉਣੀਆਂ ਵੀ ਨਹੀਂ ਆਈਆਂ। ਮੈਂ ਇਹ ਵੀ ਕਹਿ ਸਕਦਾ, ਮੈਂ ਆਪ ਵੀ ਮੰਨਦਾਗਾ। ਪਰ ਜਾਂਦੇ ਜਾਂਦੇ ਤੇਰੀ ਤਸਵੀਰ ਨਾਲ ਆਪਾਂ ਬਾਈਂਡ ਅਪ ਕਰਨਾ ਚਾਹੁੰਦੇ ਹਾਂ। ਤੇ ਬਾਕੀ ਜੀ ਤੇਰੀ ਤਸਵੀਰ 'ਚ ਇੱਕ ਸਾਡਾ ਬਹੁਤ ਅੱਛਾ ਲੋਕ ਸੁਣਦੇ ਨੇ ਕਿ ਬਿਨਾ ਦਾ ਕਰੇ ਕੋਈ, ਜੇ ਕਾਬੂ ਨਾਗ ਨਾ ਆਵੇ, ਕਿ ਫਿਰ ਸੌਣਾ ਵੀ ਕੀ ਸੌਣਾ, ਜੇ ਤੇਰਾ ਖਾਬ ਨਾ ਆਵੇ। ਤੇਰੇ ਖਾਬਾਂ ਖਿਆਲਾਂ ਨੇ ਕੈਸਾ ਹਾਲ ਕੀਤਾ ਕਿ ਰਾਤੀ ਨੀਂਦ ਨਾ ਆਵੇ, ਸਵੇਰੇ ਜਾਗ ਨਾ ਆਵੇ, ਕਿ ਰਾਤੀ ਨੀਂਦ ਨਾ ਆਵੇ, ਸਵੇਰੇ ਜਾਗ ਨਾ ਆਵੇ। ਬਹੁਤ ਖੂਬ। ਦਿਲ ਕਰਦਾ ਇਹ ਮਹਿਫਲ ਇਦਾਂ ਹੀ ਸਜੀ ਰਹੇ, ਕਿਉਂਕਿ ਦਿਲ ਨਹੀਂ ਕਰਦਾ ਜਾਣ ਨੂੰ, ਪਰ ਕੀ ਕਰੀਏ, ਸਮੇਂ ਦੇ ਪਾਬੰਦ ਆ, ਜਾਣਾ ਪੈਣਾਗਾ। ਮਿਲਾਂਗੇ ਹੋਰ ਕਿਸੇ ਨਵੀਂ ਸ਼ਖਸੀਅਤ ਦੇ ਨਾਲ, ਪਰ ਵਾਅਦਾ ਕਰਕੇ ਜਾਂਦੇ ਆ ਬਾਬਾ ਬੇਲੀ ਜੀ ਨਾਲ ਵੀ ਸਾਡੇ ਲੈ ਕੇ ਵੀ ਜਾਂਦੇ ਆ ਵੀ ਦੁਬਾਰੇ ਮਿਲਾਂਗੇ। ਹਾਂ, ਮੈਂ ਜਦੋਂ ਮੇਰਾ ਪ੍ਰੋਗਰਾਮ ਐਂਡ ਹੋਣ ਲੱਗਦਾ ਨਾ ਸਟੇਜ 'ਤੇ ਸ਼ੋਅ, ਤਾਂ ਮੈਂ ਅਖੀਰ ਤੇ ਇੱਕ ਬੋਲੀ ਪਾਉਂਦਾ ਹੁੰਦਾ ਕਿ ਨੀਵੀਂ ਅੱਖ ਨਾਲ ਕਰਾਂ ਗੁਜ਼ਾਰਿਸ਼, ਮੂੰਹ ਵਿੱਚ ਤਿਣਕਾ ਘਾਹ ਦਾ, ਸੁਣੀ ਮਾਲਕਾ ਪੀਪਾ ਖੜਕੇ, ਮਾਫ ਕਰੀ ਗੱਲ ਜ਼ਿਆਦਾ, ਰਮਜ਼ਾਂ ਬੁੱਝਣ ਜੋਗਾ ਹੋਵਾਂ, ਰੱਖੀ ਸਾਫ਼ ਇਰਾਦਾ, ਮਹਿਫਲ ਮਗਦੀ ਰਹੂ ਹਮੇਸ਼ਾ, ਕਰਕੇ ਚੱਲਿਆ ਵਾਦਾ, ਛੁੱਟੀਆਂ ਅਰਜ਼ ਕਰੇ ਅੰਬੜੀ ਦਾ ਸ਼ਹਿਜ਼ਾਦਾ, ਛੁੱਟੀਆਂ ਅਰਜ਼ ਕਰੇ ਬੇਬੇ ਦਾ ਸ਼ਹਿਜ਼ਾਦਾ। ਤਾਂ ਇਸ ਤਾਂ ਛੁੱਟੀਆਂ ਅਰਜ਼ ਕਰਦੇ ਹਾਂ, ਮਹਿਫਲ ਕੁਦਰਤ ਜਿਹੜੀ ਆ ਹਮੇਸ਼ਾ ਮਗਦੀ ਰੱਖੇ, ਆਪਾਂ ਮਿਲਦੇ ਰਹੀਏ, ਮੇਲ ਮੁਲਾਕਾਤ ਨਾਲ ਗੱਲਾਂ ਹੁੰਦੀਆਂ ਨੇ। ਕਿਉਂਕਿ ਸਭ ਤੋਂ ਵੱਡੀ ਕਰਾਮਾਤ ਜਿਹੜੀ ਆ ਨਾ ਦੁਨੀਆ 'ਤੇ, ਕਿਸੇ ਨੂੰ ਪੁੱਛਿਆ ਯਾਰ ਵੀ ਦੁਨੀਆ 'ਤੇ ਸਭ ਤੋਂ ਵੱਡਾ ਤਾਕਤਵਰ ਚੀਜ਼ ਕੀ ਹੈ, ਕੋਈ ਕਹਿੰਦਾ ਪੈਸਾ, ਕੋਈ ਕਹਿੰਦਾ ਹਥਿਆਰ। ਇੱਕ ਫਕੀਰ ਉੱਠਿਆ ਕਹਿੰਦਾ ਨਹੀਂ, ਕਹਿੰਦਾ ਦੁਨੀਆ 'ਤੇ ਸਭ ਤੋਂ ਵੱਡੀ ਤਾਕਤ ਮੁਲਾਕਾਤ ਹੈ। ਕਿਉਂਕਿ ਜਦੋਂ ਤੁਸੀਂ ਗੱਲਬਾਤ ਕਰਦੇ ਹੋ, ਤੁਹਾਡਾ ਮੇਲ ਮਿਲਾਪ ਹੁੰਦਾ, ਤਾਂ ਤੁਸੀਂ ਉਦੋਂ ਤੁਹਾਡੇ ਨਾਲ ਜਿਹੜੀ ਇੰਟਰੈਕਸ਼ਨ ਹੁੰਦੀ ਹੈ ਉਹਦੇ 'ਚੋਂ ਬਹੁਤ ਕੁਛ ਨਿਕਲਦਾ। ਤਾਂ ਯਕੀਨਨ ਆਪਣੀ ਇਹ ਮੁਲਾਕਾਤ ਅੱਛੇ ਰੰਗ ਲਿਆਏਗੀ। ਮਿਲਦੇ ਹਾਂ ਜਲਦੀ। ਦੇਖਦੇ ਰਹੋ ਪੰਜਾਬੀ ਟੇਸ਼ਨ। ਮੈਂ ਜਸਦੀਪ ਸਿੰਘ ਰਤਨ, ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ। ਸਤਿ ਸ਼੍ਰੀ ਅਕਾਲ।